ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨ ਧੀਰ ਧਰੁਆ। ਜਿੱਥੈ ਬਾਬਾ ਪੈਰ ਧਰੈ, ਪੂਜਾ ਆਸਨ ਥਾਪਨ ਸੋਆ। ਸਿਧ ਆਸਨ ਸਭ ਜਗਤ ਦੇ, ਨਾਨਕ ਆਦਮ ਤੇਜੇ ਕੁਆ। ਘਰ ਘਰ ਅੰਦਰ ਧਰਮਸਾਲ ਹੋਵੈ, ਹੋਵੈ ਕੀਰਤਨ ਸਦਾ ਵਸੁਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਵਾ, ਹੋਵੈ ਸਿਫਤ ਖਸਮ ਦੀ। ਨੂਰ ਅਰਸੋ ਕੁਰਸੋ ਛਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਨਾਮ ਵਿਸਾਰ ਦੁਖ ਦੁਖ ਸਹੀਐ। ਹੁਕਮ ਪਿਆ ਚੱਲਣਾ ਕਿਉਂ ਰਹੀਐ। ਨਰਕ ਕੂਪ ਮੈਂ ਗੋਤੇ ਖਾਵੈ, ਜਿਉ ਜਲ ਤੇ ਬਾਹਰ ਮੀਨਾ ਹੈ। ਨਾਮ ਵਿਸਾਰ ਦੁਖ ਦੁਖ ਸਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਨੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਮ ਵਿਸਾਰ ਦੁਖ ਦੁਖ ਸਹੀਐ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ। ਇਸ ਜਗ੍ਹਾ ਦੇ ਉੱਪਰ ਮਹਾਰਾਜ ਸਾਹਿਬ ਜੀਆਂ ਨੇ ਖੇਤੀ ਕੀਤੀ ਹੈ। ਇੱਥੇ ਹੀ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਏ। ਸੰਗਤਾਂ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਦਾਤ ਆਪ ਬਖਸ਼ਿਸ਼ ਕਰੋ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ 22 ਸ਼ਬਦ ਜਿਹੜੇ ਮਾਰੂ ਸੋਲਿਆਂ ਦੇ ਇਸੇ ਧਰਤੀ ਤੇ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੇ। ਵਿਦਵਾਨਾਂ ਦੀ ਵਿਚਾਰ ਹੈ ਮਹਾਰਾਜ ਸਾਹਿਬ ਜੀ ਆਪਣੇ ਆਸਣ ਤੋਂ ਸਵਾ ਕੋਹ ਜਾਂਦੇ, ਫਿਰ ਵਾਪਸ ਸੈਰ ਕਰਕੇ ਮਹਾਰਾਜ ਆਪਣੀ ਜਗ੍ਹਾ ਤੇ ਆ ਕੇ ਬੈਠ ਜਾਂਦੇ। ਰੋਡ ਵਿਛਾ ਕੇ ਧਰਤੀ ਦੇ ਉੱਪਰ ਉਹਦੇ ਉੱਪਰ ਮਹਾਰਾਜ ਸਾਹਿਬ ਜੀ ਆਪਣਾ ਆਸਣ ਲਾਉਂਦੇ। ਐਸੀ ਤਪੱਸਿਆ ਕਰਕੇ ਜਗਤ ਦੇ ਭਲੇ ਦਾ ਉਪਦੇਸ਼ ਮਹਾਰਾਜ ਦਿੰਦੇ ਪਏ। ਸੋ ਜਿਹੜੇ 22 ਸ਼ਬਦ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ,
ਇਹ 7ਵਾਂ ਸ਼ਬਦ ਮਹਾਰਾਜ ਦਾ ਆਪਾਂ ਸਰਵਣ ਕਰ ਰਹੇ ਹਾਂ, ਜਿਸ ਦੀਆਂ ਕੁਝ ਪੌੜੀਆਂ ਆਪਾਂ ਸਰਵਣ ਕਰ ਲਈਆਂ। ਅੱਜ 8ਵੀਂ ਪੌੜੀ ਦਾ ਉਪਦੇਸ਼ ਮਹਾਰਾਜ ਸਾਹਿਬ ਜੀ ਇੱਥੇ ਬਖਸ਼ਦੇ ਹਨ। ਨਾਮ ਵਿਸਾਰ ਦੁਖ ਦੁਖ ਮਹਾਰਾਜ ਸਹੀਐ। ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੈ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਸਾਨੂੰ ਸੰਸਾਰ ਦੀਆਂ ਸਾਰੀਆਂ ਗੱਲਾਂ ਚੇਤੇ ਨੇ। ਕਦੋਂ ਪ੍ਰਸ਼ਾਦਾ ਭੋਜਨ ਛਕਣਾ ਹੈ, ਕਦੋਂ ਕਿਤੇ ਆਉਣਾ ਜਾਣਾ ਹੈ, ਕਦੋਂ ਖੁਸ਼ ਹੋਣਾ ਹੈ, ਕਦੋਂ ਰੋਣਾ ਹੈ, ਇਹ ਤੇ ਚੇਤਾ ਹੈ। ਪਰ ਜੇ ਭੁੱਲਿਆ ਹੈ ਤੇ ਇੱਕ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਹੈ, ਤਾਂ ਹੀ ਬੇਨਤੀ ਕਰਨ ਦੀ ਜਾਚ ਦੱਸੀ ਮਹਾਰਾਜ ਨੇ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਵਿਸਰਿਆ ਉਹ ਹੈ, ਵਿਸਰਨ ਤੋਂ ਭਾਵ ਹੈ ਭੁੱਲ ਜਾਣਾ। ਸਤਿਗੁਰੂ ਜੀ ਸਾਨੂੰ ਭੁੱਲ, ਇਹ ਤੁਹਾਡਾ ਨਾਮ ਭੁੱਲ ਗਿਆ ਹੈ, ਆਪ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ, ਜਿਹਦੇ ਕਰਕੇ ਅਸੀਂ ਕਮਾਈ ਕਰ ਸਕੀਏ। ਮਹਾਰਾਜ ਕਹਿਣ ਲੱਗੇ, ਨਾਮ ਵਿਸਾਰ, ਜਿਨ੍ਹਾਂ ਨੇ ਨਾਮ ਭੁਲਾ ਦਿੱਤਾ ਹੈ ਨਾ, ਨਾਮ ਨਹੀਂ ਨਾ ਜਪਦੇ, ਬਾਣੀ ਨਹੀਂ ਨਾ ਪੜ੍ਹਦੇ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁੱਖ ਸਹੀ ਹੈ, ਉਹਨਾਂ ਨੂੰ ਬਹੁਤ ਭਾਰੀ ਅੱਗੇ ਪਰਲੋਕ ਦੇ ਵਿੱਚ ਦੁੱਖ ਸਹਿਣੇ ਪੈਣਗੇ, ਕਸ਼ਟ ਸਹਾਰਨੇ ਪੈਣਗੇ ਆਪਣੇ ਕਰਮਾਂ ਦਾ ਲੇਖਾ ਦੇਣ ਵਾਸਤੇ। ਜਿਹਨੇ ਨਾਮ ਨਹੀਂ ਜਪਿਆ ਹੈ, ਪਾਤਸ਼ਾਹ ਕਹਿਣ ਲੱਗੇ ਉਹ ਦੋਖ ਨਾਮ ਹੈ ਕਲੰਕ ਦਾ। ਇਸ ਦੁਨੀਆ ਦੇ ਵਿੱਚ ਵੀ ਕਲੰਕ ਲੱਗਦਾ ਹੈ, ਕਾਲਖ ਲੱਗਦੀ ਹੈ, ਤੇ ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਜਾਂਦਾ, ਉੱਥੇ ਵੀ ਕਲੰਕ ਜਿਹੜੇ ਨੇ ਪ੍ਰਾਪਤ ਹੁੰਦੇ। ਨਾਮ ਵਿਸਾਰ ਦੋਖ ਦੁੱਖ, ਦੋਖ ਨਾਮ ਕਲੰਕ ਦਾ ਹੈ, ਤੇ ਦੁੱਖ ਜਿਹੜੇ ਕਸ਼ਟ ਆਪਾਂ ਕਹਿ ਦਈਏ, ਇਹ ਸਾਰੇ ਕਸ਼ਟ ਤੇ ਦੋਸ਼ ਕਲੰਕ ਜਿਹੜੇ ਨੇ ਸਹਿਣੇ ਪੈਂਦੇ ਨੇ, ਉਹਨਾਂ ਦੇ ਵਿੱਚ ਜਾਣਾ ਪੈਂਦਾ ਹੈ। ਹੁਕਮ ਭਇਆ ਚੱਲਣਾ ਕਿਉਂ ਰਹੀਐ। ਸਤਿਗੁਰੂ ਕਹਿੰਦੇ ਜਦੋਂ ਹੁਕਮ ਹੋ ਗਿਆ ਨਾ ਅਕਾਲ ਪੁਰਖ ਦਾ, ਕਿਉਂਕਿ ਹੁਕਮ ਦੇ ਵਿੱਚ ਹੀ ਸੰਸਾਰ ਦੇ ਵਿੱਚ ਆਪਾਂ ਆਏ ਆ ਨਾ ਜਨਮ ਲੈ ਕੇ, ਪਰ ਜਦੋਂ ਚੱਲਣ ਦਾ ਹੁਕਮ ਹੋ ਗਿਆ ਫਿਰ ਰਿਹਾ ਨਹੀਂ ਜਾਣਾ ਹੈ। ਭਾਵੇਂ ਕੋਈ ਮਨੁੱਖ ਕਿੰਨਾ ਵੀ ਯਤਨ ਕਰ ਲਵੇ ਕਿ ਮੈਂ ਦੁਨੀਆ ਤੋਂ ਜਾਵਾਂ ਨਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ, ਜਿੰਨੇ ਮਰਜ਼ੀ ਤੂੰ ਦਰਵਾਜ਼ੇ ਲਾ ਲਾ, ਫੌਜਾਂ ਖੜੀਆਂ ਕਰ ਲਾ, ਜਿੰਨੇ ਮਰਜ਼ੀ ਤੂੰ ਚੰਗੀਆਂ ਚੰਗੀਆਂ ਖੁਰਾਕਾਂ ਖਾ ਲਾ, ਜਿੰਨੀਆਂ ਮਰਜ਼ੀ ਕਸਰਤਾਂ ਕਰ ਲਾ, ਜਿੰਨੇ ਮਰਜ਼ੀ ਵੈਦ ਹਕੀਮ ਡਾਕਟਰ ਕੋਲ ਬਿਠਾ ਲੈ, ਪਰ ਜਦੋਂ ਸਮਾਂ ਆ ਗਿਆ ਸਭ ਦਰਵਾਜ਼ੇ ਟੁੱਟ ਜਾਣੇ, ਇਹਨਾਂ ਨੇ ਕਿਸੇ ਨੇ ਵੀ ਤੈਨੂੰ ਰੋਕ ਨਹੀਂ ਸਕਣਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੈ ਧਨੰਤਰ। ਜੇ ਦਵਾਈ ਬੂਟੀ ਖਾਣ ਨਾਲ ਹੀ ਜਿਉਂਦੇ ਰਹੀਏ, ਤੇ ਦਵਾਈਆਂ ਬੂਟੀਆਂ ਦਾ ਜਿਹੜਾ ਸਭ ਤੋਂ ਵੱਡਾ ਗੁਰੂ, ਉਸ ਨੂੰ ਧਨੰਤਰ ਵੈਦ ਆਖਿਆ, ਉਹੀ ਕਿਉਂ ਮਰਦਾ, ਮੌਤ ਤੇ ਉਹਨੂੰ ਵੀ ਆ ਗਈ ਹੈ। ਹੁਕਮ ਭਇਆ, ਜਦੋਂ ਹੁਕਮ ਹੋ ਜਾਂਦਾ ਹੈ ਉਸ ਵੇਲੇ ਚੱਲਣਾ ਪੈਣਾ ਹੈ, ਕਿਉਂ ਰਹੀਏ, ਰਿਹਾ ਨਹੀਂ ਜਾਣਾ, ਰੁਕਿਆ ਨਹੀਂ ਜਾਣਾ, ਕਿਸੇ ਵੀ ਤਰ੍ਹਾਂ ਦੇ ਨਾਲ ਬਚ ਨਹੀਂ ਸਕਦਾ ਹੈ। ਗੁਰਮੁਖੋ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਧਨੰਤਰ ਵੈਦ ਦੀਆਂ ਅੱਖਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਵੱਲ ਵੇਖ ਲੈਂਦਾ ਹੈ, ਵੇਖ ਕੇ ਹੀ ਰੋਗ ਕੱਟ ਦਿੰਦਾ ਹੈ। ਤੇ ਜਦੋਂ ਤੱਛਕ ਨਾਗ ਦੇ ਨਾਲ ਵਿਚਾਰ ਹੋਈ ਨਾ, ਤੇ ਸੱਪ ਨੇ ਆਖਿਆ ਵੀ ਮੇਰੇ ਵਿੱਚ ਬੜੀ ਤਾਕਤ ਹੈ, ਤੇ ਉਸ ਵੇਲੇ ਧਨੰਤਰ ਵੈਦ ਜੀ ਕਹਿਣ ਲੱਗੇ, ਵਿਖਾਓ ਕਿੰਨੀ ਕੁ ਤਾਕਤ ਹੈ। ਵਿਦਵਾਨਾਂ ਨੇ ਇੱਕ ਸਾਖੀ ਲਿਖੀ ਹੈ ਵੀ ਇੱਕ ਪਿੱਪਲ ਦੇ ਰੁੱਖ ਦੇ ਉੱਪਰ ਇੱਕ ਲੱਕੜਹਾਰਾ ਚੜ੍ਹਿਆ ਸੀ ਉਸ ਵੇਲੇ, ਤੇ ਉਹ ਨਾਗ ਨੇ ਐਸਾ ਫੁੰਕਾਰਾ ਮਾਰਿਆ, ਕਹਿਣ ਲੱਗੇ ਵੀ ਉਹ ਪਿੱਪਲ ਤੇ ਉਹ ਲੱਕੜਹਾਰਾ ਦੋਨੇ ਹੀ ਸਵਾਹ ਦੀ ਢੇਰੀ ਹੋ ਗਏ। ਉਸੇ ਵੇਲੇ ਇੰਨਾ ਜ਼ਹਿਰ, ਇੰਨੀ ਤਾਕਤ ਹੈ। ਉਸ ਵੇਲੇ ਧਨੰਤਰ ਵੈਦ ਜੀ ਕਹਿਣ ਲੱਗੇ, ਹੋਰ ਵੀ ਤਾਕਤ ਤੂੰ ਵਿਖਾ ਦੇ। ਦੂਜਾ ਫੁੰਕਾਰਾ ਮਾਰਿਆ, ਸਵਾਹ ਵੀ ਉਡਾ ਦਿੱਤੀ, ਟੋਇਆ ਹੀ ਰਹਿ ਗਿਆ ਕੇਵਲ ਉੱਥੇ। ਤਸ਼ਕ ਨਾਗ ਕਹਿਣ ਲੱਗਾ, ਇਹ ਮੇਰੀ ਤਾਕਤ ਹੈ, ਹੁਣ ਤੇਰੀ ਤਾਕਤ ਕੀ ਆ, ਤੁਸੀਂ ਦਿਖਾਓ। ਉਸ ਵੇਲੇ ਧਨੰਤਰ ਵੈਦ ਨੇ ਕਹਿੰਦੀ ਉਸ ਜਗ੍ਹਾ ਵੱਲ ਵੇਖਿਆ ਨਾ, ਜਿੱਥੇ ਪਿੱਪਲ ਸੀ, ਜਿੱਥੇ ਲੱਕੜਹਾਰਾ ਸੀ, ਵੇਖਣ ਦੇ ਨਾਲ ਹੀ ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਪਿੱਪਲ ਪਹਿਲਾਂ ਤੇ ਸੁੱਕਿਆ ਸੀ, ਪਰ ਹੁਣ ਹਰਿਆ ਭਰਿਆ ਹਰੇ ਪੱਤਿਆਂ ਦੇ ਸਮੇਤ ਉੱਥੇ ਖਲੋਤਾ ਹੈ, ਲੱਕੜਹਾਰਾ ਉਸੇ ਤਰ੍ਹਾਂ ਹੀ ਬੈਠਾ ਹੈ। ਤਸ਼ਕ ਨਾਗ ਵੇਖ ਕੇ ਹੈਰਾਨ ਹੋਇਆ ਵੀ ਵਾਕਿਆ ਹੀ ਇਹ ਤੇ ਮੇਰੇ ਨਾਲੋਂ ਜ਼ਿਆਦਾ ਤਾਕਤ ਰੱਖਦਾ ਹੈ। ਮੈਂ ਸੁੱਕੇ ਪਿੱਪਲ ਨੂੰ ਸਾੜਿਆ, ਇਹਨੇ ਪਿੱਪਲ ਵੀ ਹਰਾ ਕਰ ਦਿੱਤਾ, ਤੇ ਦੁਬਾਰਾ ਫਿਰ ਉੱਥੇ ਆ ਗਿਆ। ਉਸ ਵੇਲੇ ਤਸ਼ਕ ਨਾਗ ਨੇ ਪੁੱਛ ਹੀ ਲਿਆ, ਤੁਹਾਡੀ ਇਹ ਤਾਕਤ ਕਿੱਥੋਂ ਕੁ ਤੱਕ ਜਾਂਦੀ ਹੈ। ਆਪਣਾ ਭੇਦ ਦੱਸ ਬੈਠਾ, ਕਹਿਣ ਲੱਗਾ, ਜਿੱਥੋਂ ਤੱਕ ਮੇਰੀਆਂ ਅੱਖਾਂ ਦੀ ਨਿਗਾਹ ਜਾਂਦੀ ਨਾ, ਉੱਥੋਂ ਤੱਕ ਮੈਂ ਮਰਦੇ ਨੂੰ ਵੀ ਮਰਨ ਨਹੀਂ ਦਿੰਦਾ। ਹੁਣ ਤਸ਼ਕ ਨਾਗ ਨੇ ਵਿਚਾਰ ਬਣਾਈ ਵੀ ਇਹਦੇ ਡਾਂਗੀ ਉੱਥੇ ਮਾਰਾਂ ਜਿੱਥੇ ਵੇਖ ਹੀ ਨਾ ਸਕੇ। ਰਸਤੇ ਵਿੱਚ ਸੋਟੀ ਬਣ ਕੇ ਲੰਮੇ ਪੈ ਗਿਆ। ਧਨੰਤਰ ਵੈਦ ਕੋਲ ਦੀ ਲੰਘਿਆ, ਉਹ ਸੋਟੀ ਚੰਗੀ ਲੱਗੀ, ਹੱਥ ਵਿੱਚ ਫੜ ਲਈ। ਫੜੇ ਜਾਂਦਿਆਂ ਦੇ ਪਿੱਠ ਵਿੱਚ ਖੁਰਕ ਹੋਈ ਹੈ,
ਤੇ ਪਿੱਠ ਵਿੱਚ ਖੁਰਕਣ ਵਾਸਤੇ ਸੋਟੀ ਨਾਲ ਜਦੋਂ ਖੁਰਕਿਆ ਨਾ ਤੇ ਸੱਪ ਨੇ ਡੰਗ ਮਾਰਿਆ। ਉਸੇ ਵੇਲੇ ਧਰਤੀ ਤੇ ਡਿੱਗਾ, ਮਰ ਗਿਆ। ਮਹਾਰਾਜ ਕਹਿਣ ਲੱਗੇ ਭਾਈ ਜਦੋਂ ਸਮਾਂ ਆ ਜਾਂਦਾ ਨਾ, ਹੁਕਮ ਪਿਆ ਚੱਲਣਾ ਕਿਉਂ ਰਹੀ ਹੈ। ਜਦੋਂ ਸਮਾਂ ਆ ਗਿਆ ਨਾ, ਧਨੰਤਰ ਵਰਗੇ ਵੀ ਜਿਨ੍ਹਾਂ ਦੀਆਂ ਅੱਖਾਂ ਵਿੱਚ ਅੰਮ੍ਰਿਤ ਤੁਰਿਆ ਫਿਰਦਾ ਸੀ, ਜਿਹੜੇ ਸੁੱਕੇ ਪਿੱਪਲਾਂ ਨੂੰ ਵੀ ਹਰਾ ਕਰ ਦਿੰਦੇ, ਉਹ ਆਪ ਵੀ ਦੁਨੀਆ ਤੋਂ ਤੁਰ ਪਏ, ਰਹਿ ਨਹੀਂ ਸਕੇ ਹਨ। ਇਹ ਪਰਮਾਤਮਾ ਦਾ ਹੁਕਮ ਹੈ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਦਰਵਾਜ਼ਾ ਭਾਵੇਂ ਕੋਈ ਵੀ ਹੈ ਤੈਨੂੰ ਬਚਾਉਣ ਵਾਲਾ, ਪਰ ਰੱਬ ਦੇ ਹੁਕਮ ਦੇ ਅੱਗੇ ਸਾਰੇ ਟੁੱਟ ਜਾਂਦੇ ਹਨ। ਨਰਕ ਕੂਪ ਮੈਂ ਗੋਤੇ ਖਾਵਾ। ਇਹ ਜਿਹੜਾ ਭਿਆਨਕ ਨਰਕ ਹੈ ਨਾ, ਇਹ ਖੂਹ ਵਰਗਾ ਹੈ। ਜਿਵੇਂ ਕੋਈ ਵਸਤੂ ਖੂਹ ਵਿੱਚ ਡਿੱਗ ਪਵੇ ਤੇ ਕੱਢਣੀ ਬੜੀ ਔਖੀ ਹੈ, ਵਿੱਚ ਗੋਤੇ ਲੈਂਦੀ ਹੈ। ਪਾਤਸ਼ਾਹ ਕਹਿਣ ਲੱਗੇ ਨਰਕ ਜਿਹੜਾ ਭਾਈ ਇਹ ਵੀ ਖੂਹ ਵਰਗਾ ਹੀ ਹੈ, ਇਹਦੇ ਵਿੱਚ ਪੈ ਕੇ ਗੋਤੇ ਕਹੀਏ ਦੁੱਖ ਸਹਾਰਦਾ ਹੈ। ਜਿਉਂ ਜਲ ਤੇ ਬਾਹਰ ਮੀਨਾ ਹੈ। ਉਦਾਹਰਨ ਇਹ ਦਿੱਤੀ ਹੈ, ਮੱਛੀ ਪਾਣੀ ਵਿੱਚ ਰਵੇ ਤੇ ਮੱਛੀ ਦਾ ਜੀਵਨ ਹੈ, ਪਰ ਜੇ ਮੱਛੀ ਪਾਣੀ ਤੋਂ ਬਾਹਰ ਨਿਕਲ ਜਾਵੇ ਤੇ ਉਹ ਤੜਫ ਤੜਫ ਕੇ ਮਰਦੀ ਹੈ। ਪਾਤਸ਼ਾਹ ਕਹਿਣ ਲੱਗੇ ਨਾਮ ਤੋਂ ਬਾਹਰੀ ਜਿਹੜੇ ਲੋਕ ਨੇ ਉਹਨਾਂ ਦੀ ਤੜਫਣਾ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਾਹਰ ਤੜਫਦੀਓ ਮਛਲੀ ਤੜਫੜਾਏ। ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਸਤਿਗੁਰੂ ਸੁਖਮਨੀ ਸਾਹਿਬ ਦੇ ਵਿੱਚ ਬਚਨ ਕਰਦੇ, ਸੋ ਕਹਿਣ ਲੱਗੇ ਭਾਈ ਨਾਮ ਨੂੰ ਭੁਲਾ ਕੇ ਐਸੀ ਹਾਲਤ ਹੈ ਜਿਵੇਂ ਮੱਛੀ ਪਾਣੀ ਤੋਂ ਬਾਹਰ ਤੜਫਦੀ ਹੈ। ਵਿਅਕਤੀ ਨਾਮ ਤੋਂ ਬਿਨਾਂ ਨਰਕ ਵਿੱਚ ਪੈ ਕੇ ਇਸ ਤਰ੍ਹਾਂ ਤੜਫਦਾ ਹੈ। 84 ਨਰਕ ਸਾਖਤ ਭੋਗਾਈਐ। ਜਿਹਨੇ ਨਾਮ ਨਹੀਂ ਨਾ ਗੁਰਮੁਖੋ ਜਪਿਆ, ਉਹਨੂੰ ਨਰਕਾਂ ਵਿੱਚ ਵੀ ਪੈਣਾ ਪੈਂਦਾ ਹੈ ਆਪਣੇ ਕਰਮਾਂ ਦਾ ਹਿਸਾਬ ਪੂਰਾ ਕਰਨ ਵਾਸਤੇ। ਜਿਹਨੇ ਨਾਮ ਨਹੀਂ ਜਪਿਆ ਹੈ ਉਹਨੂੰ 84 ਲੱਖ ਜੂਨਾਂ ਵਿੱਚ ਵੀ ਪੈਣਾ ਪੈਂਦਾ ਹੈ। ਜਿਵੇਂ ਦੇ ਕੰਮ ਕਰੇਗਾ ਉਵੇਂ ਦਾ ਜਨਮ ਮਿਲ ਜਾਏਗਾ। ਸਤਿਗੁਰਾਂ ਦੀ ਗੁਰਬਾਣੀ ਦਾ ਇਹ ਫੈਸਲਾ ਹੈ, ਜਿਵੇਂ ਦੇ ਕਰਮ ਕਰਦਾ ਹੈ, ਜਿਵੇਂ ਦੇ ਫੁਰਨੇ ਕਰਦਾ ਹੈ, ਜਿਵੇਂ ਦੇ ਵਿਚਾਰ ਕਰਦਾ ਹੈ, ਜਿਵੇਂ ਦੀ ਸੋਚ ਰੱਖਦਾ ਹੈ, ਉਵੇਂ ਦਾ ਜਨਮ ਮਿਲੇਗਾ। ਅੰਤਕਾਲ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਪ ਜੋਨ ਵਲ ਵਲ ਔਤਰੈ। ਇਹ ਬਾਣੀ ਦਾ ਮਹਾਵਾਕ ਹੈ। ਮਹਾਰਾਜ ਕਹਿਣ ਲੱਗੇ ਵੀ 84 ਲੱਖ ਜੂਨਾਂ ਨੇ, ਜਿਵੇਂ ਦੇ ਕਰਮ ਕੀਤੇ, ਜਿਵੇਂ ਦੇ ਫੁਰਨੇ ਕੀਤੇ, ਉਹਨਾਂ ਵਿੱਚ ਤੁਰਿਆ ਫਿਰਦਾ ਹੈ। ਜਿਵੇਂ ਬੰਦਾ ਬਹਾਦਰ ਦਾ ਪਹਿਲਾ ਨਾਮ ਆਪਾਂ ਸਰਵਣ ਕਰਦੇ ਹਾਂ, ਮਾਧੋ ਦਾਸ ਬੈਰਾਗੀ ਹੈ, ਤੇ ਮਾਧੋ ਦਾਸ ਦਾ ਗੁਰੂ ਕੀੜਾ ਬਣ ਕੇ ਅਮਰੂਦ ਵਿੱਚ ਬੈਠਾ ਹੈ। ਜਿਹੋ ਜਿਹੇ ਫੁਰਨੇ ਕਰ ਲੈਂਦਾ, ਜਿਹੋ ਜਿਹਾ ਕਰਮ ਕਰ ਲੈਂਦਾ, ਉਹਨਾਂ ਨੂੰ ਭੋਗਣ ਵਾਸਤੇ ਫਿਰ ਉਹਨਾਂ ਜੂਨਾਂ ਵਿੱਚ ਤੁਰ ਪੈਂਦਾ ਹੈ। 84 ਨਰਕ ਸਾਖਤ ਭੋਗਾਈਐ। ਮਹਾਰਾਜ ਕਹਿਣ ਲੱਗੇ 84 ਲੱਖ ਜੂਨਾਂ ਵਿੱਚ ਮਨਮੁਖ ਨੂੰ ਫੇਰਿਆ ਜਾਂਦਾ ਹੈ ਤੇ ਫਿਰ ਉਹਨਾਂ ਜੂਨਾਂ ਵਿੱਚੋਂ ਕੱਢ ਕੇ ਨਰਕਾਂ ਵਿੱਚ ਪਾਇਆ ਜਾਂਦਾ। ਉੱਥੇ ਬੜੀ ਭਾਰੀ ਕਸ਼ਟ ਦੇ ਕੇ ਸਜ਼ਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਸ ਨੂੰ ਪਾਤਸ਼ਾਹ ਕਹਿਣ ਲੱਗੇ ਭੁਗਾਇਆ ਜਾਂਦਾ ਹੈ। ਇਹਨਾਂ ਦੁੱਖਾਂ ਨੂੰ ਉਸ ਵੇਲੇ ਦਿੱਤਾ ਜਾਂਦਾ ਹੈ। ਜੈਸਾ ਕੀਚੈ ਤੈਸੋ ਪਾਈਐ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਕਿਉਂ ਦੁੱਖ ਦਿੱਤਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਜਿਸ ਤਰ੍ਹਾਂ ਦਾ ਕੰਮ ਕੀਤਾ ਹੈ ਉਵੇਂ ਦਾ ਹੀ ਫਲ ਪਾ ਲਿਆ ਹੈ। ਜੇ ਚੰਗਾ ਕਰਮ ਕੀਤਾ ਤੇ ਉਹਦਾ ਸੁੱਖ ਫਲ ਹੈ, ਮਾੜਾ ਕੰਮ ਕੀਤਾ ਦੁੱਖ ਫਲ ਹੈ। ਜੈਸਾ ਕੀਚੈ, ਜਿਵੇਂ ਦਾ ਤੂੰ ਖੁਦ ਕੀਤਾ ਹੈ ਬੰਦਿਆ, ਤੈਸੋ ਪਾਈਐ, ਉਵੇਂ ਦਾ ਹੀ ਫਲ ਤੈਨੂੰ ਪ੍ਰਾਪਤ ਹੋਇਆ ਹੈ। ਤਾਂ ਹੀ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਕਹਿਣ ਲੱਗੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੇ। ਆਹੋ ਜਾ। ਇਹ ਜਿਹੜਾ ਸਰੀਰ ਹੈ ਗੁਰਮੁਖੋ ਇੱਕ ਖੇਤੀ ਹੈ। ਜਿਵੇਂ ਖੇਤ ਵਿੱਚ ਆਪਾਂ ਬੀਜ ਪਾਈਏ ਤੇ ਜਿਹੜਾ ਬੀਜ ਪਾਉਂਦੇ ਉਹੀ ਪ੍ਰਾਪਤ ਹੁੰਦਾ, ਇਸੇ ਤਰ੍ਹਾਂ ਜਿਵੇਂ ਦਾ ਕਰਮ ਕਰਦੇ ਉਹੀ ਕਰਮ ਪ੍ਰਾਪਤ ਹੁੰਦਾ ਹੈ। ਐਸੀਆਂ ਦਾਤਾਂ ਮਿਲਦੀਆਂ। ਕਹਿਣ ਲੱਗੇ ਭਾਈ ਜਿਸ ਤਰ੍ਹਾਂ ਦਾ ਤੂੰ ਕੰਮ ਕਰੇਗਾ ਉਵੇਂ ਦੇ ਫਲ ਤੈਨੂੰ ਮਿਲ ਜਾਂਦੇ ਹਨ। ਸਤਿਗੁਰ ਬਾਝੋ ਮੁਕਤ ਨਾ ਹੋਈ। ਪਰ ਬਚਨੇ ਪੱਲੇ ਬੰਨ ਲਾ ਵੀ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਤੂੰ ਜਿੰਨੇ ਮਰਜ਼ੀ ਜਲ ਧਾਰੇ ਕਰ ਲਾ, ਜਪ ਕਰ ਲਾ, ਤਪ ਕਰ ਲਾ, ਤੀਰਥ ਯਾਤਰਾ ਕਰ ਲਾ, ਵਰਤ ਰੱਖ ਲਾ, ਪੁੰਨ ਦਾਨ ਕਰ ਲਾ, ਇਹ ਸਭ ਕੁਝ ਕਰਕੇ ਵੇਖ ਲੈ, ਪਰ ਇੱਕ ਵਚਨ ਪੱਲੇ ਬੰਨ ਲਾ ਵੀ ਪੂਰੇ ਗੁਰੂ ਤੋਂ ਬਿਨਾਂ ਮੁਕਤੀ ਹੋ ਹੀ ਨਹੀਂ ਸਕਦੀ ਹੈ। ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਹਨਾਂ ਚਿਰ ਮੁਕਤ ਨਹੀਂ ਹੋਈਦਾ ਹੈ। ਆਪਾਂ ਇਤਿਹਾਸ ਵਿੱਚ ਸਾਖੀ ਸਰਵਣ ਕਰਦੇ, ਸੰਤੋਖੇ ਰਿਖੀ ਨੇ ਆਖਿਆ ਨਾ ਮੈਨੂੰ ਮੁਕਤੀ ਚਾਹੀਦੀ ਹੈ। ਸਤਿਯੁਗ ਦਾ ਸਮਾਂ ਹੈ, ਲੋਕ ਆਖਦੇ ਸਤਿਯੁਗ ਦਾ ਯੁੱਗ ਬੜਾ ਚੰਗਾ ਹੈ, ਤੇ ਸੰਤੋਖਾ ਰਿਖੀ ਤੇ ਹੋਇਆ ਹੀ ਸਤਿਯੁਗ ਦੇ ਵਿੱਚ ਹੈ। ਉਸ ਵੇਲੇ ਗੁਰੂ ਰਿਖੀ ਨੇ ਆਖਿਆ ਵੀ ਨਹੀਂ ਮੁਕਤੀ ਹੁਣ ਨਹੀਂ ਮਿਲੇਗੀ, ਮੁਕਤੀ ਮਿਲੇਗੀ ਕਲਯੁਗ ਦੇ ਵਿੱਚ ਜਾ ਕੇ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦੁਨੀਆ ਤੇ ਆਉਣਗੇ, ਸੱਚਖੰਡ ਦਾ ਦਰਵਾਜ਼ਾ ਉਸ ਵੇਲੇ ਖੁੱਲ੍ਹੇਗਾ। ਜੇ ਤੂੰ ਮੁਕਤ ਹੋਣਾ ਚਾਹਣਾ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਪੈਣਾ ਕਰ। ਸੰਤੋਖੇ ਰਿਖੀ ਨੇ ਆਖਿਆ ਕੀ ਪਤਾ ਕਿੰਨੇ ਜਨਮ ਲੈਣੇ ਪੈਣ ਤੇ ਕਿਹੜੇ ਜਨਮ ਦੇ ਵਿੱਚ ਕਿਹੋ ਜਿਹਾ ਕਰਮ ਹੋ ਜਾਵੇ
ਕਿ ਮੈਂ ਕਿਹੜੇ ਪਾਸੇ ਚਲੇ ਜਾਵਾਂ, ਕੀ ਪਤਾ ਗੁਰੂ ਨਾਨਕ ਸਾਹਿਬ ਨਾਲ ਮਿਲਿਆ ਵੀ ਜਾਵੇ ਕਿ ਨਾ ਮਿਲਿਆ ਜਾਵੇ। ਗੁਰੂ ਜੀ ਤੁਸੀਂ ਕਿਰਪਾ ਕਰੋ, ਇਸੇ ਜਨਮ ਦੇ ਵਿੱਚ ਮੈਂ ਗੁਰੂ ਨੂੰ ਹੀ ਮਿਲ ਪਵਾਂ। ਉਸ ਵੇਲੇ ਇੱਕ ਮੱਟ ਦੇ ਵਿੱਚ ਬਿਠਾ ਕੇ ਮਿੱਟੀ ਵਿੱਚ ਦੱਬ ਦਿੱਤਾ ਗਿਆ। ਰਿਖੀ ਨੇ ਵਰ ਦਿੱਤਾ, ਗੁਰੂ ਨੇ ਕਹਿਣ ਲੱਗਾ ਇਸੇ ਮੱਟ ਵਿੱਚ ਸਮਾਧੀ ਲਾ ਕੇ ਬੈਠਾ ਰਹੋ, ਗੁਰੂ ਪਾਤਸ਼ਾਹ ਤੈਨੂੰ ਆਪ ਹੀ ਇਸ ਮੱਟ ਵਿੱਚੋਂ ਕੱਢ ਲੈਣਗੇ। ਬੈਠਾ ਹੈ ਗੁਰਮੁਖੋ ਮੱਟ ਦੇ ਅੰਦਰ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਸੰਤੋਖਸਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾਈ। ਮਿੱਟੀ ਪੱਟਦਿਆਂ ਮੱਟ ਨਿਕਲਿਆ, ਮੱਟ ਵਿੱਚੋਂ ਜੋਗੀ ਨਿਕਲਿਆ। ਜੋਗੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ, ਉਪਦੇਸ਼ ਲਿਆ ਤੇ ਮੁਕਤੀ ਦੀ ਦਾਤ ਲੈ ਕੇ ਮੁਕਤ ਹੋ ਕੇ ਸੰਸਾਰ ਤੋਂ ਚੱਲਿਆ। ਬੋਲੇ ਸੋ ਨਿਹਾਲ। ਸੋ ਬਚਨ ਇਹ ਹੈ, ਭਾਵੇਂ ਯੁੱਗ ਸਤਯੁਗ ਹੈ, ਭਾਵੇਂ ਤ੍ਰੇਤਾ ਹੈ, ਦੁਆਪਰ ਹੈ, ਪਰ ਮੁਕਤੀ ਜਿਹੜੀ ਹੈ ਨਾ ਉਹ ਪੂਰੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਵਿੱਚੋਂ ਹੀ ਆ ਕੇ ਉਸ ਰਿਖੀ ਨੂੰ ਮਿਲੀ ਹੈ। ਭਾਵੇਂ ਕਿ ਇਹਨਾਂ ਯੁੱਗਾਂ ਵਿੱਚ ਬੜੇ ਅਵਤਾਰ ਹੋਏ ਨੇ, ਪੈਗੰਬਰ ਹੋਏ ਨੇ, ਰਿਖੀ ਮੁਨੀ ਹੋਏ, ਪਰ ਮੁਕਤੀ ਦੀ ਦਾਤ ਕੇਵਲ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਖੁਦ ਨਿਰੰਕਾਰ ਬਖਸ਼ਿਸ਼ ਕਰਦੇ। ਮਹਾਰਾਜ ਕਹਿਣ ਲੱਗੇ ਸਤਿਗੁਰੂ ਬਾਦ ਜੋ ਮੁਕਤ ਨਾ ਹੋਈ, ਪੂਰਿਆਂ ਗੁਰਾਂ ਤੋਂ ਬਿਨਾ ਗੁਰਮੁਖੋ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਿਰਤ ਬਾਦਾ ਗ੍ਰਸਤੀ ਨਾਹੇ। ਜੀਵ ਕਰਮਾਂ ਦਾ ਬੱਧਾ ਹੋਇਆ। ਆਪਾਂ ਜਿੰਨੇ ਇੱਥੇ ਬੈਠੇ ਆ ਨਾ, ਆ ਕੇ ਸਾਰੇ ਕਰਮਾਂ ਦੇ ਬੱਧੇ ਹੋਏ ਆ। ਜਿਵੇਂ ਦਾ ਪਿੱਛੇ ਕਰਮ ਕਰਕੇ ਆਏ ਆ, ਉਹਦੇ ਕਰਮ ਦੇ ਮੁਤਾਬਕ ਸਾਨੂੰ ਅਹੁਦਾ ਮਿਲਿਆ ਹੈ, ਉਸੇ ਕਰਮ ਦੇ ਮੁਤਾਬਕ ਸਾਨੂੰ ਸੁੱਖ ਮਿਲਿਆ ਹੈ, ਦੁੱਖ ਮਿਲਿਆ ਹੈ। ਪਾਤਸ਼ਾਹ ਕਹਿਣ ਲੱਗੇ ਕਿਰਤ ਬਾਧਾ, ਕਿਰਤ ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ। ਤਾਂ ਹੀ ਬਚਨ ਆ ਗਿਆ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਬਾਣੀ ਦਾ ਬਚਨ। ਉੱਥੇ ਇਹ ਨਹੀਂ ਬਚਨ ਆਇਆ ਵੀ ਮਹਾਰਾਜ ਤੁਸੀਂ ਸਾਨੂੰ ਵਿਛੋੜ ਦਿੱਤਾ ਹੈ। ਉੱਥੇ ਬਚਨ ਆਇਆ ਕਿਰਤ ਕਰਮ ਕੇ, ਅਸੀਂ ਆਪਣੇ ਕੀਤੇ ਕਰਮਾਂ ਦੇ ਕਰਕੇ ਵਿਛੜੇ ਹਾਂ, ਤੁਸੀਂ ਨਹੀਂ ਵਿਛੋੜਿਆ ਹੈ। ਪਰ ਮਹਾਰਾਜ ਕਰਮਾਂ ਕਰਕੇ ਅਸੀਂ ਮਿਲ ਨਹੀਂ ਜੇ ਸਕਦੇ। ਮਿਲ ਤਾਂ ਸਕਦੇ ਹਾਂ ਕਰ ਕਿਰਪਾ, ਤੁਸੀਂ ਕਿਰਪਾ ਕਰੋਗੇ ਮਿਲਿਆ ਤਾਂ ਜਾਣ। ਵਿਛੜੇ ਅਸੀਂ ਆਪਣੇ ਕਰਮਾਂ ਕਰਕੇ, ਆਪਣੀਆਂ ਕਰਤੂਤਾਂ ਕਰਕੇ ਵਿਛੜੇ ਆ, ਪਰ ਮਿਲਣਾ ਤਾਂ ਹੋਵੇਗਾ ਜੇ ਤੁਸੀਂ ਕਿਰਪਾ ਕਰੋਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਰਤ ਬਾਧਾ, ਇਹ ਜੀਵ ਕਰਮਾਂ ਦਾ ਬੱਧਾ ਹੋਇਆ ਤੇ ਫਿਰ ਪਾਪ ਤੇ ਪੁੰਨ ਕਰਦਾ। ਗ੍ਰਸ ਦੀਨਾ ਹੈ, ਫਿਰ ਜਮ ਇਸ ਨੂੰ ਆ ਕੇ ਗ੍ਰਸ ਲੈਣਗੇ ਤੇ ਫਿਰ ਬੜੀ ਭਾਰੀ ਸਜ਼ਾ ਦੇਣਗੇ, ਦੁੱਖ ਦਿੰਦੇ, ਫਿਰ ਫਰਮਾਉਂਦੇ ਹਨ ਸਤਿਗੁਰ ਬਾਝੋ ਮੁਕਤ ਨਾ ਹੋਈ, ਕਿਰਤ ਬਾਦਾ ਗ੍ਰਸਤੀ ਨਾਹੇ। ਮਹਾਰਾਜ ਕਹਿਣ ਲੱਗੇ ਜੀਵ ਕਰਮਾਂ ਦਾ ਬੱਧਾ ਹੋਇਆ ਜਿਸ ਵੇਲੇ ਇਸ ਲੋਕ ਦੇ ਵਿੱਚ ਆਇਆ। ਹੁਣ ਪਿੱਛੋਂ ਵੀ ਤੇ ਅਸੀਂ ਕਰਮਾਂ ਦੇ ਬੱਧੇ ਹੀ ਇੱਥੇ ਆਏ ਆ ਨਾ, ਜਨਮ ਤਾਂ ਮਿਲਿਆ। ਇੱਥੇ ਆ ਕੇ ਹੋਰ ਕਰਮ ਕਰ ਲਿਆ। ਮੰਨ ਲਓ ਜੇ ਰੱਸਾ ਥੋੜਾ ਬਹੁਤਾ ਢਿੱਲਾ ਸੀ ਨਾ, ਤੇ ਇੱਥੇ ਆ ਕੇ ਹੋਰ ਕੱਸ ਲਿਆ ਵੀ ਨਿਕਲਿਆ ਹੀ ਨਾ ਜਾਵੇ। ਕਿਸੇ ਬੰਦੇ ਨੂੰ ਇੱਕ ਸੰਗਲ ਦੇ ਨਾਲ ਬੱਧਾ ਹੈ, ਉਹ ਗਾਂਹ ਜਾ ਕੇ ਹੋਰ 5-7 ਸੰਗਲਾਂ ਨਾਲ ਆਪਣੇ ਆਪ ਨੂੰ ਬਣਾ ਲਵੇ ਤੇ ਫਿਰ ਨਿਕਲਣਾ ਔਖਾ ਹੀ ਹੈ ਨਾ। ਪਿਛਲੇ ਕਰਮਾਂ ਦੇ ਸੰਗਲਾਂ ਨਾਲ ਬੱਧੇ ਇੱਥੇ ਆਏ, ਇੱਥੇ ਆ ਕੇ ਹੋਰ ਕਰਮ ਕਰਕੇ ਤਗੜੇ ਸੰਗਲ ਪਵਾ ਲਏ ਆਪਣੇ ਆਪ, ਹੋਰ ਬੰਨੇ ਗਏ, ਛੁਟਕਾਰਾ ਨਹੀਂ ਹੋਇਆ। ਪਾਤਸ਼ਾਹ ਕਹਿਣ ਲੱਗੇ ਭਾਈ ਕਰਮਾਂ ਦਾ ਗ੍ਰਸਿਆ ਹੋਇਆ, ਫਿਰ ਸਜ਼ਾ ਦੇਣ ਵਾਸਤੇ ਜਮਾਂ ਦੇ ਅੱਗੇ ਲਾ ਕੇ ਤੋਰ ਦਿੱਤਾ ਵੀ ਚੱਲ ਭਾਈ ਆਪਣੀ ਜਾ ਕੇ ਕਰਮਾਂ ਦੀ ਸਜ਼ਾ ਨੂੰ ਭੋਗਣਾ ਕਰ। ਖੰਡੇ ਧਾਰ ਗਲੀ ਅਤ ਭੀੜੀ। ਮਹਾਰਾਜ ਕਹਿਣ ਲੱਗੇ ਜਿਸ ਰਾਹ ਵਿੱਚੋਂ ਤੈਨੂੰ ਲੈ ਕੇ ਜਾਣਾ ਹੈ ਉਹ ਰਾਹ ਬੜਾ ਭੀੜਾ ਤੇ ਖੰਡੇ ਦੀ ਧਾਰਾ ਵਰਗਾ ਹੈ। ਸ਼ਾਸਤਰਾਂ ਵਿੱਚ ਗੁਰਮੁਖੋ ਬਚਨ ਲਿਖਿਆ ਵੀ ਇੱਕ ਅਸਪੱਤਰ ਨਾਮ ਦਾ ਬਣ ਹੈ, ਜੰਗਲ। ਉਹਦੇ ਜਿਹੜੇ ਪੱਤੇ ਨੇ ਉਹ ਕੇਲੇ ਦੇ ਪੱਤਿਆਂ ਵਰਗੇ, ਐਸਾ ਜੰਗਲ ਹੈ, ਤੇ ਉਹ ਤਿੱਖੀ ਧਾਰ ਉਹਨਾਂ ਦੀ ਖੰਡੇ ਵਰਗੀ ਹੈ, ਉਹਦੇ ਵਿੱਚੋਂ ਦੀ ਕੱਢਣਾ ਪੈਂਦਾ ਹੈ। ਤੇ 40,000 ਯੋਜਨ ਦਾ ਰਸਤਾ ਲਿਖਿਆ ਵੀ ਉਹਦੇ ਵਿੱਚੋਂ ਨਿਕਲਣਾ ਪੈਂਦਾ। ਗਲੀ ਬੜੀ ਭੀੜੀ ਹੈ, ਬੜਾ ਤੰਗ ਰਸਤਾ, ਉਹਦੇ ਵਿੱਚੋਂ ਖਿੱਚ ਕੇ ਆਤਮਾ ਨੂੰ ਲੈ ਕੇ ਜਾਂਦੇ। ਤੇ ਉਹ ਤਿੱਖੀਆਂ ਜਿਹੜੀਆਂ ਧਾਰੀਆਂ ਨੇ ਆਤਮਾ ਨੂੰ ਉਸ ਵੇਲੇ ਦੁੱਖ ਦਿੰਦੀਆਂ। ਮਹਾਰਾਜ ਕਹਿਣ ਲੱਗੇ ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਹ ਬਚਨ ਆਪਾਂ ਪੜ੍ਹਿਆ ਨਾ, ਸਵੇਰੇ ਨਿਤਨੇਮ ਕਰਕੇ ਆਪਾਂ ਆਏ, ਆਨੰਦ ਸਾਹਿਬ ਮਹਾਰਾਜ ਨੇ ਬਖਸ਼ਿਆ ਸਾਨੂੰ। ਮਹਾਰਾਜ ਤੇਰਾ ਅਗਲਾ ਸਫ਼ਰ ਚੇਤੇ ਕਰਾਉਂਦੇ ਪਏ। ਸਾਡੇ ਘਰ ਵਿੱਚੋਂ ਕੋਈ ਮਹਿਮਾਨ, ਕੋਈ ਬੱਚਾ ਬਾਹਰ ਵਿਦੇਸ਼ ਜਾਣਾ, ਕਿਤੇ ਦੂਰ ਜਾਣਾ, ਅਸੀਂ ਉਹਨੂੰ ਚੇਤਾ ਕਰਾਉਂਦੇ ਨਾ ਰਸਤੇ ਵਿੱਚ, ਤੇਰੇ ਨਾਲ ਇੱਦਾਂ ਹੋਵੇਗਾ, ਫਿਰ ਤੇਰੇ ਨਾਲ ਇੱਦਾਂ ਹੋਵੇਗਾ, ਤੂੰ ਇਸ ਤਰ੍ਹਾਂ ਕਰ ਲਵੀਂ, ਤੂੰ ਇਸ ਤਰ੍ਹਾਂ ਕਰ ਲਵੀਂ। ਮਹਾਰਾਜ ਨੇ ਹੁਣ ਪਰਲੋਕ ਦਾ ਰਸਤਾ ਸਾਨੂੰ ਦੱਸਿਆ, ਭਾਈ ਇਸ ਤਰ੍ਹਾਂ ਹੋਵੇਗਾ ਤੇਰੇ ਨਾਲ ਜੇ ਬਾਣੀ ਨਹੀਂ ਪੜ੍ਹੇਗਾ। ਖੰਡੇ ਧਾਰ ਗਲੀ ਅਤ ਭੀੜੀ, ਜਿਸ ਗਲੀ ਵਿੱਚੋਂ ਤੈਨੂੰ ਅਸਪੱਤਰ ਨਾਮ ਦੇ ਬਣ ਵਿੱਚੋਂ, ਜੰਗਲ ਵਿੱਚੋਂ ਕੱਢ ਕੇ ਲੈ ਕੇ ਜਾਣਾ ਨਾ ਜਮਾਂ ਨੇ। ਮਹਾਰਾਜ ਕਹਿਣ ਲੱਗੇ ਉਸ ਜੰਗਲ ਦੇ ਪੱਤੇ ਖੰਡੇ ਦੀ ਧਾਰਾ ਵਰਗੇ, ਬੜੇ ਤਿੱਖੇ, ਤੇਰੀ ਆਤਮਾ ਨੂੰ ਦੁੱਖ ਦੇਣਗੇ।
ਤੇ ਬੜਾ ਭੀੜਾ ਰਾਹ ਹੈ ਜਿਹਦੇ ਵਿੱਚੋਂ ਖਿੱਚ ਕੇ ਤੈਨੂੰ ਲੈ ਕੇ ਜਾਣਾ ਹੈ। ਐਸੀਆਂ ਸਜ਼ਾਵਾਂ ਮਿਲਦੀਆਂ ਹਨ। ਲੇਖਾ ਲੀਜਾ ਤਿਲ ਜਿਉ ਪੀੜੀ। ਮਹਾਰਾਜ ਕਹਿਣ ਲੱਗੇ ਲੇਖਾ ਇਸ ਤਰ੍ਹਾਂ ਲਿਆ ਜਾਣਾ ਜਿਵੇਂ ਤੇਲੀ ਕਹਾਣੀ ਕੱਢਦਾ ਨਾ, ਤਿਲਾਂ ਵਿੱਚੋਂ ਤੇਲ ਕੱਢਦਾ ਤੇ ਉਹ ਤੇਲ ਕੋਹਲੂ ਵਿੱਚ ਪਾਈ ਜਾਂਦਾ। ਤੇ ਗੁਰਮੁਖੋ ਜੇ ਇੱਕ ਦੋ ਤਿਲ ਕਿਤੇ ਪਾਸੇ ਵੀ ਹੋ ਜਾਣ ਤੇ ਹੱਥ ਨਾਲ ਫਿਰ ਵਿੱਚ ਕਰ ਦਿੰਦਾ ਵੀ ਪਾਸੇ ਨਹੀਂ ਹੋਣ ਦੇਣੇ। ਫਿਰ ਕੋਹਲੂ ਦੇ ਵਿੱਚੋਂ ਧੂਆਂ ਨਿਕਲਦਾ, ਸੇਕ ਨਿਕਲਦਾ ਤੇ ਫਿਰ ਤੇਲ ਨਿਕਲਦਾ। ਤਿਲ ਪੀਸੇ ਜਾਂਦੇ, ਰਹਿ ਹੀ ਨਹੀਂ ਜਾਂਦਾ ਵਜੂਦ ਉਹਨਾਂ ਦਾ। ਪਾਤਸ਼ਾਹ ਕਹਿਣ ਲੱਗੇ ਲੇਖਾ ਇਸ ਤਰ੍ਹਾਂ ਲਿਆ ਜਾਣਾ ਤਿਲ ਜੋ ਪੀੜੀ, ਜਿਵੇਂ ਤੇਲੀ ਕਹਾਣੀ ਵਿੱਚ ਤਿਲਾਂ ਨੂੰ ਪੀਟਦਾ ਬੰਦਿਆ। ਪਰਮਾਤਮਾ ਨੇ ਵੀ ਐਸੀਆਂ ਸਜ਼ਾਵਾਂ ਦੇ ਪ੍ਰਬੰਧ ਕੀਤੇ ਹੋ, ਤੇਰੇ ਕੋਲੋਂ ਇਸ ਤਰ੍ਹਾਂ ਲੇਖਾ ਲਿਆ ਜਾਣਾ ਹੈ। ਲੇਖਾ ਰੱਬ ਮਗੇਸੀਆ ਬੈਠਾ ਕੱਢ, ਵਹੀ ਖਾਤੇ ਖੋਲ ਕੇ ਉਹਨੇ ਬੈਠ ਜਾਣਾ। ਕੱਲੀ ਕੱਲੀ ਗੱਲ, ਕੱਲੇ ਕੱਲੇ ਦਾਣੇ ਦਾ ਹਿਸਾਬ ਤੇਰੇ ਕੋਲੋਂ ਹੋਵੇਗਾ। ਕੱਲੇ ਕੱਲੇ ਸਾਹ ਦਾ ਹਿਸਾਬ ਤੇਰੇ ਕੋਲੋਂ ਉਸਨੇ ਲੈ ਲੈਣਾ ਹੈ। ਮਾਤ ਪਿਤਾ ਕਲੱਤਰ ਸੁਤ ਬੇਲੀ, ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਹੈ। ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਸਿੱਖਾਂ ਨੇ ਆਖਿਆ ਮਹਾਰਾਜ ਚਲੋ ਕਸ਼ਟ ਤੇ ਹੈ, ਪਰ ਸਾਡੇ ਇੱਥੇ ਬੜੇ ਰਿਸ਼ਤੇਦਾਰ ਨੇ, ਸੰਬੰਧੀ ਨੇ, ਇਹ ਸਾਡਾ ਬਚਾਅ ਕਰਨਗੇ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਪਰਲੋਕ ਦੇ ਰਸਤੇ ਵਿੱਚ ਮਾਤ ਨਾਮ ਮਾਤਾ ਦਾ, ਮਾਂ ਵੀ ਪੁੱਤਰ ਦੇ ਨਾਲ ਨਹੀਂ ਜਾ ਸਕਦੀ। ਇਸ ਦੁਨੀਆ ਵਿੱਚ ਬੱਚਾ ਛੋਟਾ ਹੋਵੇ ਨਾ ਤਾਂ ਮਾਂ ਨਾਲ ਤੁਰ ਪੈਂਦੀ, ਚੱਲ ਮੈਂ ਤੇਰੇ ਨਾਲ ਚੱਲਦੀ ਹਾਂ, ਨਹੀਂ ਪਤਾ ਲੱਗੇਗਾ ਮਾਂ ਦੱਸ ਦਿੰਦੀ ਹੈ, ਵਰਚਾ ਲੈਂਦੀ ਹੈ, ਲਾਡ ਕਰਦੀ ਹੈ, ਦਬਾ ਵੀ ਲੈਂਦੀ ਹੈ। ਪਰਲੋਕ ਦੇ ਰਾਹ ਦੇ ਵਿੱਚ ਭਾਵੇਂ ਤੂੰ ਵੱਡੀ ਉਮਰ ਦਾ ਤੇ ਭਾਵੇਂ ਛੋਟੀ ਉਮਰ ਦਾ, ਮਾਂ ਨੇ ਨਾਲ ਨਹੀਂ ਉਹ ਤੁਰਨਾ। ਇੱਥੇ ਜ਼ਰੂਰ ਤੈਨੂੰ ਰੋਵੇਗੀ ਯਾਦ ਕਰਕੇ, ਪਰ ਉਸ ਰਾਹ ਤੇ ਇਕੱਲੇ ਨੇ ਜਾਣਾ ਹੈ। ਦੂਜਾ ਬਚਨ ਆ ਗਿਆ ਪਿਤਾ। ਪਿਤਾ ਬਾਪ ਜਿਸ ਦੇ ਘਰ ਵਿੱਚ ਜਨਮਿਆ ਹੈ। ਇੱਥੇ ਤੇ ਮਾਤਾ ਪਿਤਾ ਬੜੀ ਮਦਦ ਕਰਦੇ, ਆਸਿਓਂ ਪਾਸਿਓਂ ਵੀ ਪਹੁੰਚ ਕਰਾਉਂਦੇ ਵੀ ਸਾਡੇ ਪੁੱਤਰ ਨੂੰ ਦੁੱਖ ਨਾ ਹੋਵੇ, ਪਤਾ ਲੈਂਦੇ ਵਾਰ-ਵਾਰ। ਪਰ ਜਦੋਂ ਪਰਲੋਕ ਦੇ ਰਾਹ ਤੇ ਚੱਲਣਾ ਨਾ, ਉਥੇ ਪਿਤਾ ਦੀ ਪਹੁੰਚ ਵੀ ਕੋਈ ਨਹੀਂ ਹੋਣੀ ਹੈ, ਪਿਤਾ ਵੀ ਮਦਦਗਾਰ ਨਹੀਂ ਹੋਵੇਗਾ। ਤੀਜਾ ਬਚਨ ਮਹਾਰਾਜ ਨੇ ਆਖਿਆ ਕਲੱਤਰ। ਕਲੱਤਰ ਕਿਹਾ ਜਾਂਦਾ ਗੁਰਮੁਖੋ ਜਿਹੜਾ ਪਰਿਵਾਰ ਅੱਗੇ ਵਧਿਆ, ਵਿਆਹ ਕਰਾਉਣ ਤੋਂ ਬਾਅਦ ਵਿੱਚ ਪੁੱਤਰ ਧੀਆਂ ਹੋ ਗਏ ਨਾ, ਪਰਿਵਾਰ ਵੱਧ ਗਿਆ ਨਾ। ਜਿਹੜਾ ਪਰਿਵਾਰ ਅੱਗੇ ਵਧਿਆ ਹੈ, ਪੁੱਤਰ ਧੀਆਂ ਪੋਤਰੇ ਪੜੋਤਰੇ ਹੋ ਗਏ, ਉਹਨਾਂ ਨੇ ਵੀ ਤੇਰੀ ਮਦਦ ਨਹੀਂ ਕਰ ਸਕਣੀ ਹੈ, ਉਹਨਾਂ ਦੀ ਵੀ ਪਹੁੰਚ ਉੱਥੋਂ ਤੱਕ ਨਹੀਂ ਹੈ। ਤੇ ਸੁੱਤ ਬੇਲੀ ਨਾਹੀ, ਜਿਹੜਾ ਤੇਰਾ ਪੁੱਤਰ ਹੈ ਨਾ, ਉਹ ਵੀ ਤੇਰਾ ਮਦਦਗਾਰ ਨਹੀਂ ਹੈ। ਪੁੱਤਰ ਨੇ ਵੀ ਤੇਰੀ ਮਦਦ ਨਹੀਂ ਕਰਨੀ ਹੈ, ਸਗੋਂ ਪੁੱਤਰ ਨੇ ਆਪਣੇ ਹੱਥਾਂ ਨਾਲ ਤੇਰੀ ਚਿਖਾ ਨੂੰ ਅੱਗ ਲਾਉਣੀ ਹੈ। ਮਦਦਗਾਰ ਨਹੀਂ ਹੋਣਾ, ਸਗੋਂ ਤੇਰਾ ਨਾਮੋ ਨਿਸ਼ਾਨ ਮਿਟਾ ਦੇਣਾ, ਤੇਰਾ ਵਜੂਦ ਸਰੀਰ ਦਾ ਉਸਨੇ ਮਿਟਣਾ ਹੈ। ਇਹ ਰਿਸ਼ਤੇਦਾਰੀਆਂ ਮਹਾਰਾਜ ਕਹਿਣ ਲੱਗੇ ਬੇਲੀ ਨਾਹੀ, ਇਹ ਤੇਰੀਆਂ ਬੇਲੀ ਨਹੀਂ ਹੋਣਗੀਆਂ, ਮਿੱਤਰ ਨਹੀਂ ਹੋਣਗੀਆਂ, ਤੇਰੀ ਸਹਾਇਤਾ ਨਹੀਂ ਕਰ ਸਕਦੀਆਂ ਹਨ। ਬਿਨ ਹਰ ਰਸ ਮੁਕਤ ਨਾ ਕੀਨਾ ਹੈ। ਜਿੰਨਾ ਚਿਰ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਨਾ ਲੈਂਦਾ, ਰਸ ਕਹੀਏ ਪ੍ਰੇਮ, ਜਿੰਨਾ ਚਿਰ ਪ੍ਰਮਾਤਮਾ ਨਾਲ ਪ੍ਰੇਮ ਨਹੀਂ ਕਰਦਾ, ਮੁਕਤ ਨਾ ਕੀਨਾ ਹੈ, ਉਹਨਾਂ ਚਿਰ ਮੁਕਤ ਨਹੀਂ ਹੋਇਆ ਜਾਣਾ। ਨਾਮ ਦੇ ਨਾਮ ਜਪੇ ਤੋਂ ਬਿਨਾਂ, ਪਰਮਾਤਮਾ ਨਾਲ ਪਿਆਰ ਕੀਤੇ ਬਿਨਾਂ ਮੁਕਤ ਨਹੀਂ ਹੋਇਆ ਜਾਣਾ, ਭਾਵੇਂ ਤੇਰੇ ਕਿੰਨੇ ਵੀ ਪੁੱਤਰ ਹੋਣ, ਕਿੰਨੇ ਵੀ ਸੰਬੰਧੀ ਹੋਣ। ਮਹਾਰਾਜ ਕਹਿਣ ਲੱਗੇ ਛੂਟਤ ਨਾਹੀ ਕੋਟ ਲੱਖ ਬਾਹੀ। ਸਾਡੇ ਤੇ 15 20 50 ਰਿਸ਼ਤੇਦਾਰ ਹੋਣਗੇ, 50 ਰਿਸ਼ਤੇਦਾਰਾਂ ਦੀਆਂ 2-2 ਬਾਹਾਂ ਵੀ ਮਦਦ ਵਾਸਤੇ ਆ ਗਈਆਂ, 100 ਬਾਹਾਂ ਦੀ ਮਦਦ ਮਿਲੇਗੀ। ਮਹਾਰਾਜ ਕਹਿੰਦੇ 100 ਛੱਡ, ਤੇਰੀਆਂ ਲੱਖਾਂ ਬਾਹਾਂ ਵੀ ਮਦਦ ਵਾਸਤੇ ਆ ਜਾਣ, ਤਾਂ ਵੀ ਤੇਰੇ ਕੋਲੋਂ ਆਪਣੇ ਕਰਮਾਂ ਤੋਂ ਛੁੱਟਿਆ ਨਹੀਂ ਜਾਣਾ ਹੈ। ਛੂਟਤ ਨਾਹੀ ਕੋਟ ਲੱਖ, ਭਾਵੇਂ ਕਰੋੜਾਂ ਹੋਣ ਤੇ ਭਾਵੇਂ ਲੱਖਾਂ ਬਾਹਾਂ ਦੀ ਮਦਦ ਤੈਨੂੰ ਹੋਵੇ, ਪਰ ਤੇਰੇ ਕੋਲੋਂ ਛੁੱਟਿਆ ਨਹੀਂ ਜਾਣਾ, ਬਚਿਆ ਨਹੀਂ ਜਾਣਾ। ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਨਾਲ ਜਿੰਨਾ ਚਿਰ ਪਿਆਰ ਨਹੀਂ ਨਾ ਕਰਦਾ, ਉਹਨਾਂ ਚਿਰ ਤੈਨੂੰ ਕਿਸੇ ਨੇ ਛਡਾਉਣਾ ਨਹੀਂ ਹੈ। ਮੀਤ ਸਖੇ ਕੀਤੇ ਜਗ ਮਾਹੀ। ਜਗ ਦੇ ਵਿੱਚ ਮਿੱਤਰ ਬੜੇ ਹੁੰਦੇ ਨੇ। ਅਸੀਂ ਜਿੱਥੇ ਨੌਕਰੀ ਕਰੀਏ, ਜਿੱਥੇ ਰਹਿਣ ਲੱਗ ਪਈਏ, ਮਿੱਤਰ ਬਣ ਜਾਂਦੇ ਨੇ। ਆਪਾਂ ਸੰਗਤ ਵਿੱਚ ਆਉਂਦੇ, ਇੱਥੇ ਵੀ ਸਾਡੀ ਮਿੱਤਰਤਾ ਹੀ ਬਣ ਜਾਂਦੀ ਹੈ। ਪਰ ਰੱਬ ਦੇ ਰਾਹ ਦੇ ਉੱਪਰ ਕਿਸੇ ਮਿੱਤਰ ਨੇ ਮਦਦ ਨਹੀਂ ਕਰਨੀ ਹੈ। ਤੇ ਗੁਰਮੁਖੋ ਸਖਾ ਮਿੱਤਰ ਉਹਨੂੰ ਕਿਹਾ ਜਾਂਦਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਵੀ ਇਹ ਬਹੁਤਾ ਹੀ ਪਿਆਰਾ ਮਿੱਤਰ ਹੈ, ਜਿਹਦੇ ਨਾਲ ਸਾਡੀ ਪੱਕੀ ਦੋਸਤੀ ਹੈ, ਅਸੀਂ ਦੁੱਖ ਸੁੱਖ ਸਾਂਝਾ ਕਰਦੇ, ਉਹਦੀ ਖੁਸ਼ੀ ਗਮੀ ਵਿੱਚ ਵੀ ਜਾਂਦੇ। ਉਹ ਪੱਕਾ ਮਿੱਤਰ ਜਿਹੜਾ, ਮਹਾਰਾਜ ਕਹਿਣ ਲੱਗੇ ਭਾਈ ਭਾਵੇਂ ਕਿੰਨੇ ਵੀ ਦੁਨੀਆ ਵਿੱਚ ਪੱਕੇ ਮਿੱਤਰ ਹੋਣ ਤੇ ਕਿੰਨੇ ਦੂਜੇ ਥੋੜ੍ਹੇ ਜਿਹੇ ਘੱਟ ਮਿੱਤਰ ਹੋਣ, ਜਿੰਨੇ ਵੀ ਦੁਨੀਆ ਵਿੱਚ ਬਣਾ ਲੈ, ਇਕੱਠੇ ਕਰ ਲੈ, ਇਹ ਆਖਦਾ ਇਹ ਮੇਰੇ ਬੈਸਟ ਫਰੈਂਡ ਨੇ, ਜਿੰਨੇ ਮਰਜ਼ੀ ਬਣਾ ਲਾ। ਜੱਗ ਵਿੱਚ ਬਹੁਤੇ ਹਨ, ਪਰ ਮਦਦਗਾਰ ਇਹਨਾਂ ਵਿੱਚੋਂ ਕੋਈ ਨਹੀਂ ਹੋਵੇਗਾ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੋ ਗਿਆ ਨਾ,
ਭਾਵੇਂ ਜ਼ਿੰਦਗੀ ਵਿੱਚ ਪਹਿਲਾਂ 5-7 ਹੀ ਮਿੱਤਰ ਹੁੰਦੇ ਸਨ, ਪਰ ਅੱਜ ਸੋਸ਼ਲ ਮੀਡੀਆ ਪਰ 10,000 ਮੇਰਾ ਮਿੱਤਰ ਹੈ। ਅੱਜ ਮੇਰਾ 20,000 ਮਿੱਤਰ ਹੈ। ਅੱਜ ਮੈਨੂੰ 1 ਲੱਖ ਬੰਦਾ ਫੋਲੋ ਕਰਦਾ, ਮਿੱਤਰ ਬਣਾ ਲਏ ਆਪਣੇ। ਮਹਾਰਾਜ ਕਹਿੰਦੇ 1 ਲੱਖ 1 ਕਰੋੜ ਬਣ ਗਿਆ ਨਾ, ਮਿਲੀਅਨ ਵਿੱਚ ਬਣ ਗਿਆ, ਬਿਲੀਅਨ ਵਿੱਚ ਬਣ ਗਿਆ। ਗਿਣਤੀ ਦੱਸਦਾ ਵੀ ਮੈਂ ਸਟਾਰ ਬਣ ਗਿਆ, ਇੰਨੇ ਮੇਰੇ ਮਿੱਤਰ ਬਣ ਗਿਆ, ਮੈਨੂੰ ਵੇਖਣ ਵਾਲੇ, ਮੈਨੂੰ ਸੁਣਨ ਵਾਲੇ। ਪਾਤਸ਼ਾਹ ਕਹਿਣ ਲੱਗੇ ਜਿੰਨੇ ਮਰਜ਼ੀ ਮਿੱਤਰ ਬਣਾ ਲੈਣਾ ਕਰ, ਬਿਨ ਗੁਰ ਪਰਮੇਸ਼ਰ ਕੋਈ ਨਾਹੀਂ। ਗੁਰੂ ਪਰਮੇਸ਼ਰ ਬਿਨਾ ਤੈਨੂੰ ਛਡਾਉਣ ਵਾਲਾ ਕੋਈ ਨਹੀਂ। ਉੱਥੇ ਜਮਾ ਨੇ ਇਹ ਨਹੀਂ ਪੁੱਛਣਾ ਵੀ ਫੇਸਬੁੱਕ ਤੇ ਤੇਰੇ ਕਿੰਨੇ ਮਿੱਤਰ ਸਨ, ਵੀ ਆ ਗਿਆ ਕੋਈ ਮਦਦ ਵਾਸਤੇ, ਨਹੀਂ। ਸੋਸ਼ਲ ਮੀਡੀਆ ਦੇ ਉੱਪਰ ਕਿੰਨੇ ਮਿਲੀਅਨ ਨੇ, ਬਿਲੀਅਨ ਨੇ, ਕਿਸੇ ਨੇ ਨਹੀਂ ਪੁੱਛਣਾ ਵੀ ਕਿੰਨੇ ਤੇਰੇ ਮਿੱਤਰ ਨੇ। ਤੂੰ ਖਬਰ ਮਗਰੋਂ ਭੇਜਦਾ ਸੀ, ਪਹਿਲਾਂ ਉਹ ਸੁਣ ਲੈਂਦੇ ਸਨ, ਪਹਿਲਾਂ ਵੇਖ ਲੈਂਦੇ, ਬੜਾ ਚਾਅ ਕਰਦਾ ਸੀ ਵੀ ਇੰਨੇ ਵਿਊ ਮਿਲਦੇ ਨੇ, ਇੰਨੇ ਲੋਕ ਮੈਨੂੰ ਸੁਣਦੇ ਪਏ। ਮਹਾਰਾਜ ਕਹਿਣ ਲੱਗੇ ਬੰਦਿਆ, ਦੁਨੀਆ ਦੀਆਂ ਖੇਡਾਂ ਦੁਨੀਆ ਵਿੱਚ ਰਹਿਣੀਆਂ, ਰੱਬ ਦੇ ਰਾਹ ਦੇ ਉੱਪਰ ਤੇ ਕੇਵਲ ਗੁਰੂ ਹੀ ਤੇਰਾ ਸਹਾਈ ਹੋਵੇਗਾ। ਪਰਮੇਸ਼ਰ ਨੇ ਸਹਾਈ ਹੋਣਾ, ਉੱਥੇ ਹੋਰ ਕੋਈ ਹੋ ਹੀ ਨਹੀਂ ਸਕਦਾ ਹੈ। ਉੱਥੇ ਕਿਸੇ ਨੇ ਮਦਦ ਤੇਰੀ ਨਹੀਂ ਕਰਨੀ ਹੈ। ਗੁਰ ਕੀ ਸੇਵਾ ਮੁਕਤ ਪਰਾਇਣ। ਇਸ ਕਰਕੇ ਜਿਹੜੀ ਗੁਰੂ ਦੀ ਸੇਵਾ ਹੈ ਨਾ, ਉਹ ਮੁਕਤ ਕਰਦੀ ਹੈ ਵਿਅਕਤੀ ਨੂੰ। ਸੇਵਾ ਦੇ ਵਿੱਚੋਂ ਮੁਕਤੀ ਮਿਲਦੀ ਹੈ, ਮੁਕਤ ਹੋ ਜਾਈਦਾ। ਕੱਲ ਵੀ ਆਪਾਂ ਬਚਨ ਸਰਵਣ ਕੀਤੇ, ਭਾਈ ਸ਼ਮੀਰ ਨੂੰ ਮਹਾਰਾਜ ਨੇ ਖੁਸ਼ ਹੋ ਕੇ ਆਖਿਆ ਨਾ, ਮੰਗ ਭਾਈ ਸ਼ਮੀਰ ਕੀ ਚਾਹੀਦਾ ਹੈ। ਤੇ ਭਾਈ ਸ਼ਮੀਰ ਨੇ ਆਖਿਆ ਸੀ, ਮਹਾਰਾਜ 84 ਲੱਖ ਜੂਨਾਂ ਵਿੱਚੋਂ ਮੁਕਤੀ ਦੇ ਦਿਓ। ਮਹਾਰਾਜ ਚੁੱਪ ਕਰ ਗਿਆ। ਥੋੜੇ ਦਿਨਾਂ ਬਾਅਦ ਫਿਰ ਸੇਵਾ ਤੋਂ ਖੁਸ਼ ਹੋ ਕੇ ਆਖਿਆ, ਕਹਿਣ ਲੱਗੇ ਮੰਗ ਲਾ ਕੀ ਚਾਹੀਦਾ। ਮਹਾਰਾਜ ਮੁਕਤੀ ਦੇ ਦਿਓ। ਪਾਤਸ਼ਾਹ ਕਹਿੰਦੇ ਮੁਕਤੀ ਤੇ ਤੈਨੂੰ ਦੇ ਦਈਏ, ਪਰ ਤੂੰ ਅੱਗੇ ਜਨਮ ਅਜੇ ਬੜੇ ਲੈਣੇ ਨੇ, ਬਹੁਤੇ ਜਨਮ ਲੈਣੇ, ਕਿੰਨਿਆਂ ਕੁ ਦੀ ਮਾਫੀ ਦੇਵਾਂਗੇ। ਤੀਜੀ ਵਾਰੀ ਫਿਰ ਸੇਵਾ ਕਰਕੇ ਮਹਾਰਾਜ ਫਿਰ ਆਖਣ ਲੱਗੇ, ਕਹਿੰਦੇ ਸ਼ਮੀਰ ਕੁਝ ਲੈ ਲਾ ਕੀ ਚਾਹੀਦਾ। ਤੀਜੀ ਵਾਰੀ ਵੀ ਆਖਿਆ, ਮਹਾਰਾਜ 84 ਲੱਖ ਤੋਂ ਮੁਕਤੀ ਚਾਹੀਦੀ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਸ਼ਮੀਰ ਜਨਮ ਤੇ ਤੇਰੇ ਬਹੁਤੇ ਸਨ, ਪਰ ਤੂੰ ਇੱਕੋ ਹੀ ਚੀਜ਼ ਮੰਗੀ ਹੈ ਸੇਵਾ ਕਰਕੇ, ਚੱਲ ਤੇਰੀ ਸੇਵਾ ਤੋਂ ਅਸੀਂ ਖੁਸ਼ ਹੋਏ ਹਾਂ, ਤੈਨੂੰ 84 ਲੱਖ ਜੂਨਾਂ ਦੇ ਵਿੱਚੋਂ ਮੁਕਤ ਕਰ ਦਿੰਦੇ ਹਾਂ, ਜਨਮ ਨਹੀਂ ਮਿਲੇਗਾ। ਐਸੇ ਨੇ ਸਤਿਗੁਰੂ ਪਾਤਸ਼ਾਹ ਜੀ। ਮਹਾਰਾਜ ਕਹਿਣ ਲੱਗੇ, ਭਾਈ ਗੁਰ ਕੀ ਸੇਵਾ ਮੁਕਤ ਪੁਰਾਇਨ। ਜਿਹੜੇ ਗੁਰੂ ਦੇ ਆਸਰੇ ਹੋ ਕੇ ਦਿਨੇ ਰਾਤ ਸੇਵਾ ਕਰਦੇ ਨੇ, ਉਹ ਮੁਕਤੀ ਦੀ ਦਾਤ ਪਾ ਲੈਂਦੇ ਹਨ। ਅਨ ਦਿਨ ਕੀਰਤਨ ਕੀਨਾ ਹੈ। ਜਿਨ੍ਹਾਂ ਨੇ ਅਨ ਦਿਨ ਦਿਨੇ ਰਾਤ ਉਹਦੀ ਕੀਰਤੀ ਕੀਤੀ ਹੈ। ਕੀਰਤਨ ਤੋਂ ਭਾਵ ਹੁੰਦਾ ਕੀਰਤੀ ਕਰਨੀ, ਸਿਫਤ ਕਰਨੀ, ਵਡਿਆਈ ਕਰਨੀ। ਜਿਨ੍ਹਾਂ ਨੇ ਦਿਨੇ ਰਾਤ ਪ੍ਰਮਾਤਮਾ ਦੀ ਵਡਿਆਈ ਕੀਤੀ, ਐਸੇ ਜਿਹੜੇ ਗੁਰਮੁਖ ਨੇ ਉਹ ਮੁਕਤ ਹੋ ਜਾਂਦੇ ਹਨ। ਕੂੜ ਛੋੜ ਸਾਚੇ ਕੋ ਧਾਵੋ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਝੂਠ ਛੱਡ ਕੇ ਤੇ ਸੱਚ ਵੱਲ ਦੌੜੋ। ਆਪਾਂ ਜਿੰਨੇ ਸੰਸਾਰ ਦੇ ਲੋਕ ਹਨ, ਵੈਸੇ ਝੂਠ ਵਾਲੀ ਕਾਚ ਬਿਹਾਜਨ ਕੰਚਨ ਛਾਡਨ ਬਾਣੀ ਦਾ ਬਚਨ ਹੈ। ਸੋਨੇ ਵਰਗਾ ਰੱਬ ਦਾ ਨਾਮ ਉਹਨੂੰ ਛੱਡ ਕੇ ਤੇ ਕੱਚ ਵਰਗੇ ਦੁਨੀਆ ਦੇ ਪਦਾਰਥਾਂ ਪਿੱਛੇ ਦੌੜੇ ਪਏ। ਹੁਣ ਵਿਅਕਤੀ ਦੇ ਪਾਸੇ ਇੱਕ ਪਾਸੇ ਸੋਨਾ ਪਿਆ ਹੋਵੇ ਤੇ ਇੱਕ ਪਾਸੇ ਕੱਚ ਪਿਆ ਹੋਵੇ, ਤੇ ਸੋਨਾ ਛੱਡ ਕੇ ਕੱਚ ਨੂੰ ਚੁੱਕੇ ਤੇ ਉਹਨੂੰ ਮੂਰਖ ਹੀ ਗਿਣਿਆ ਜਾਵੇਗਾ ਨਾ, ਵੀ ਮਹਿੰਗੀ ਵਸਤੂ ਛੱਡ ਕੇ ਸਸਤੀ ਵੱਲ ਤੁਰ ਪਿਆ। ਪਾਤਸ਼ਾਹ ਕਹਿਣ ਲੱਗੇ, ਕਾਚ ਬਿਹਾਜਨ ਕੰਚਨ ਛਾਡਨ। ਕੰਚਨ ਹੈ ਪਰਮਾਤਮਾ ਦਾ ਨਾਮ, ਉਹਨੂੰ ਤੇ ਜਪਦਾ ਨਹੀਂ, ਔਖਾ ਲੱਗਦਾ ਹੈ। ਜਿਹੜੇ ਕੱਚੇ ਪਦਾਰਥ ਨੇ, ਛੱਡ ਦੁਨੀਆ ਅੰਦਰ ਜਾਵਨਾ, ਕੱਪੜ ਰੂਪ ਸੁਹਾਵਨਾ, ਛੱਡ ਦੁਨੀਆ ਅੰਦਰ ਜਾਵਨਾ। ਜੋ ਕੁਝ ਦੁਨੀਆ ਵਿੱਚ ਛੱਡ ਕੇ ਜਾਣਾ, ਉਹਨੂੰ ਇਕੱਠਾ ਕਰੀ ਬੈਠਾ ਹੈ। ਨੰਗਾ ਦੋ ਤੇ ਪਾਤਸ਼ਾਹ ਕਹਿਣ ਲੱਗੇ, ਫਿਰ ਇੱਥੋਂ ਨੰਗਿਆਂ ਹੀ ਆਪਣੇ ਲੇਖੇ ਜੋਖੇ ਵਾਸਤੇ ਤੁਰਨਾ ਪੈਣਾ ਹੈ। ਕੂੜ ਛੋੜ ਸਾਚੇ ਕੋ ਧਾਵੋ। ਮਹਾਰਾਜ ਕਹਿੰਦੇ ਬੰਦਿਆ ਛੱਡ ਦੇ ਇਹ ਝੂਠ ਦੁਨੀਆ ਦਾ ਪਸਾਰਾ, ਸੱਚੇ ਨਾਮ ਦਾ ਜਪਨ ਕਰ ਜਿੰਨਾ ਜਪਿਆ ਜਾਂਦਾ। ਇਹ ਮੌਕਾ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਘਟ ਭੀਤਰ ਤੂੰ ਦੇਖ ਮੁਰਾਰ ਬਾਣੀ ਦਾ ਬਚਨ। ਇਹ ਮੌਕਾ ਨਹੀਂ ਉਹ ਦੁਬਾਰਾ ਤੈਨੂੰ ਮਿਲਣਾ। ਇਸ ਪੌੜੀ ਤੇ ਜੋ ਨਰ ਚੂਕੇ ਆਏ ਜਾਏ ਦੁੱਖ ਪਾਏਂਦਾ। ਇਹ ਮੌਕਾ, ਇਹ ਪੌੜੀ ਇੱਕ ਵਾਰੀ ਨਿਕਲ ਗਈ ਨਾ, ਦੁਬਾਰਾ ਇਸ ਦਾ ਤੈਨੂੰ ਪ੍ਰਾਪਤੀ ਨਹੀਂ ਹੋਣੀ ਹੈ। ਜੋ ਇੱਛੋ ਸੋਈ ਫਲ ਪਾਵੋ। ਹੁਣ ਸਾਡਾ ਸਵਾਲ ਇਹ ਹੈ ਵੀ ਕੰਮ ਭਾਵੇਂ ਅਸੀਂ ਨਾ ਕਰੀਏ, ਪਰ ਸਵਾਲ ਇਹ ਹੁੰਦਾ ਵੀ ਜੇ ਮੈਂ ਕਰ ਲਿਆ ਤੇ ਮਿਲੇਗਾ ਕੀ। ਤੇ ਮਹਾਰਾਜ ਨੂੰ ਪੁੱਛ ਹੀ ਲਿਆ ਸਿੱਖਾਂ ਨੇ ਵੀ ਪਾਤਸ਼ਾਹ ਤੁਸੀਂ ਕਹਿੰਦੇ ਹੋ ਨਾਮ ਜਪੋ, ਨਾਮ ਜਪੀਏ, ਬਾਣੀ ਪੜ੍ਹੀਏ, ਕੀ ਮਿਲੇਗਾ। ਮਹਾਰਾਜ ਕਹਿੰਦੇ ਜੋ ਇੱਛੋ, ਜਿਹੜੀ ਵੀ ਤੇਰੀ ਇੱਛਾ ਹੋਵੇਗੀ। ਅੱਜ ਆਪਾਂ ਇੱਛਾ ਦੇ ਮਗਰ ਦੌੜੇ ਫਿਰਦੇ ਹਨ, ਮੈਨੂੰ ਆਹ ਮਿਲ ਜਾਵੇ, ਬੜੀਆਂ ਲੇਲੜੀਆਂ ਕੱਢੀ ਦੀਆਂ, ਕਿਸੇ ਦੀ ਜਾ ਕੇ ਮਿੰਨਤਾਂ ਚਾਪਲੂਸੀਆਂ ਕਰੀ ਦੀਆਂ, ਗੋਡੀ ਪੈਰੀ ਹੱਥ ਲਾਈਦਾ। ਇੰਨਾ ਕੁਝ ਕਰਨ ਤੋਂ ਬਾਵਜੂਦ ਵੀ ਸਤਿਕਾਰ ਨਹੀਂ ਮਿਲਿਆ, ਸਗੋਂ ਅਪਮਾਨ ਹੀ ਮਿਲਦਾ ਹੈ। ਪਰ ਜਿਹਨੇ ਨਾਮ ਜਪ ਲਿਆ ਨਾ ਭਾਈ, ਉਹਨੂੰ ਬੈਠਿਆਂ ਹੀ ਸਭ ਕੁਝ ਆ ਕੇ ਪ੍ਰਾਪਤ ਹੁੰਦਾ ਹੈ। ਹੁਣ ਭਗਤ ਧਰੂ ਦੀ ਸਾਖੀ ਹੈ ਨਾ, ਰਾਜ ਭਾਗ ਚਾਹੁੰਦਾ ਹੈ ਨਾ, ਜੇ ਉਹ ਸੰਸਾਰੀ ਤੌਰ ਤੇ ਯਤਨ ਕਰਦਾ ਤੇ ਉਹਨੂੰ ਨਹੀਂ ਮਿਲਣਾ ਹੈ। ਮਾਂ ਨੇ ਲੈਣ ਹੀ ਨਹੀਂ ਦੇਣਾ ਹੈ, ਸਗੋਂ ਲੋਕਾਂ ਦੇ ਕੋਲੋਂ ਮਰਵਾ ਦੇਣਾ ਹੈ। ਬੈਠ ਗਿਆ ਨਾਮ ਜਪਣ ਵਾਸਤੇ, ਉੱਥੇ ਬੈਠੇ ਨੂੰ ਰਾਜ ਮਿਲਿਆ, ਭਾਵੇਂ ਕਿ ਉਦੋਂ ਨਾ ਕਰ ਦਿੱਤੀ ਵੀ ਹੁਣ ਨਹੀਂ ਚਾਹੀਦਾ। ਅਕਾਲ ਪੁਰਖ ਜੀ ਕਹਿਣ ਲੱਗੇ ਨਹੀਂ ਹੁਣ ਤੇ ਮਿਲੇਗਾ।
ਤੇ ਬੈਠਿਆ ਹੀ ਮਿਲ ਗਿਆ। ਇਹ ਸਾਖੀਆਂ ਸਾਨੂੰ ਇਹ ਗਵਾਹੀ ਦਿੰਦੀਆਂ ਭਾਈ, ਜਿਹੜੇ ਨਾਮ ਜਪਦੇ ਨੇ, ਜੋ ਇੱਛਾ ਹੈ, ਜਿਹੜੀ ਵੀ ਇੱਛਾ ਕਰਨ ਸੋਈ ਫਲ ਪਾਵੋ, ਉਹੀ ਫਲ ਜਿਹੜਾ ਹੈ ਨਾਮ ਜਪਣ ਵਾਲੇ ਨੂੰ ਮਿਲਦਾ ਹੈ। ਸਾਚ ਵਖਰ ਕੇ ਵਪਾਰੀ ਵਿਰਲੇ। ਪਰ ਗੁਰਮੁਖੋ ਸੱਚੇ ਨਾਮ ਦਾ ਜਿਹੜਾ ਵਪਾਰ ਹੈ ਨਾ, ਇਹਦੇ ਵਪਾਰੀ ਵਿਰਲੇ ਨੇ, ਥੋੜੇ ਨੇ। ਜਿਵੇਂ ਗੁਰਮੁਖੋ ਸਬਜ਼ੀ ਮੰਡੀ ਵਿੱਚ ਜਾਓਗੇ ਨਾ, ਸਬਜ਼ੀ ਦੇ ਵਪਾਰੀ ਲੈਣ ਵਾਲੇ ਵੀ ਬੜੇ ਤੇ ਵੇਚਣ ਵਾਲੇ ਵੀ ਬੜੇ ਮਿਲ ਜਾਣਗੇ ਨਾ। ਸਸਤਾ ਸੌਦਾ ਜੋ ਹੈ, ਸਸਤਾ ਸੌਦਾ ਕੀ ਹੈ? ਵਰਤ ਰੱਖਣਾ। ਤੁਹਾਨੂੰ ਬਹੁਤੇ ਵਰਤ ਰੱਖਣ ਵਾਲੇ ਮਿਲ ਜਾਣਗੇ ਦੁਨੀਆ ਦੇ ਉੱਪਰ। ਅਤੇ ਇਸੇ ਤਰ੍ਹਾਂ ਤੀਰਥ ਯਾਤਰਾ ਕਰਨ ਵਾਲੇ, ਕਿਸੇ ਵੀ ਤੀਰਥ ਤੇ ਤੁਰ ਪਵੋ ਤੁਸੀਂ, ਕਿਸੇ ਵੀ ਧਰਮ ਦਾ ਤੀਰਥ ਹੋਵੇ, ਭੀੜਾਂ ਹੀ ਲੱਗੀਆਂ ਪਈਆਂ। ਸਬਜ਼ੀ ਮੰਡੀ ਵਿੱਚ ਸੌਦਾ ਸਸਤਾ, ਉੱਥੇ ਲੈਣ ਵਾਲਿਆਂ ਦੀ ਭੀੜ ਹੈ, ਦੇਣ ਵਾਲਿਆਂ ਦੀ ਵੀ ਬੜੀ ਭੀੜ ਹੈ, ਬੜੇ ਇਕੱਠੇ ਹੋਏ। ਇਹ ਸਸਤੇ ਸੌਦੇ ਵਾਲੇ ਦੁਨੀਆ ਪਈ ਹੈ। ਕੋਈ ਆਖਦਾ ਵਰਤ ਰੱਖ ਲਓ, ਸਾਰੀ ਦੁਨੀਆ ਹੀ ਰੱਖੀ ਬੈਠੀ ਹੈ। ਕੋਈ ਆਖਦਾ ਤੀਰਥ ਯਾਤਰਾ ਕਰ ਲਓ, ਸਾਰੀ ਦੁਨੀਆ ਹੀ ਕਰੀ ਬੈਠੀ ਹੈ। ਕਰੀ ਜਾਂਦੇ ਲੋਕ ਦਿਨੇ ਰਾਤ। ਪਰ ਗੁਰਮੁਖੋ ਕਦੇ ਵੇਖਿਆ ਵੀ ਹਰੇਕ ਸ਼ਹਿਰ ਦੇ ਵਿੱਚ ਹੀਰਿਆਂ ਦੀ ਦੁਕਾਨ ਹੋਵੇ, ਜਵਾਹਰਾਤ ਦੀ? ਜੋਹਰੀ ਬੈਠੇ ਹਰੇਕ ਸ਼ਹਿਰ ਵਿੱਚ? ਨਹੀਂ ਬੈਠੇ। ਵੱਡੇ ਵੱਡੇ ਸ਼ਹਿਰਾਂ ਵਿੱਚ ਕਿਤੇ ਕਿਤੇ ਕੋਈ ਤੁਹਾਨੂੰ ਐਸਾ ਉਹ ਮਿਲੇਗਾ ਜੋਹਰੀ, ਜਿਹੜਾ ਹੀਰਿਆਂ ਦਾ ਵਪਾਰ ਕਰਦਾ। ਤੇ ਜੌਹਰੀ ਦੀ ਦੁਕਾਨ ਦੇ ਉੱਪਰ ਕਦੇ ਭੀੜ ਨਹੀਂ ਹੋਵੇਗੀ, ਕਦੇ ਮੇਲਾ ਨਹੀਂ ਲੱਗਾ ਹੋਵੇਗਾ। ਉੱਥੇ ਕੋਈ ਬਿਰਲਾ ਹੀ ਹੋਵੇਗਾ ਜਿਹਦੇ ਜੇਬ ਦੇ ਵਿੱਚ ਕੋਈ 4 ਆਨੇ ਜਿਹੜਾ ਲੈ ਸਕਦਾ ਹੈ। ਗੁਰਮੁਖੋ ਸਬਜ਼ੀ ਮੰਡੀ ਦੇ ਵਿੱਚ ਤੇ ਹਜ਼ਾਰਾਂ ਲੋਕ ਨੇ, ਤੀਰਥ ਯਾਤਰਾ ਤੇ ਵੀ ਹਜ਼ਾਰਾਂ ਲੋਕ ਨੇ। ਸਸਤੇ ਸੌਦੇ ਵਾਲੇ ਦੁਨੀਆ ਭੱਜੀ ਫਿਰਦੀ ਹੈ। ਕੋਈ ਵਰਤ ਰੱਖੀ ਬੈਠਾ ਹੈ, ਕੋਈ ਇਸ ਤਰ੍ਹਾਂ ਦੇ ਟੂਣੇ ਟਾਮਣ ਵੀ ਕਰਦਾ। ਬਥੇਰੇ ਕਰਾਉਣ ਵਾਲੇ ਔਰ ਕਰਨ ਵਾਲੇ ਬੈਠੇ। ਹੀਰਿਆਂ ਦਾ ਵਪਾਰੀ ਕੋਈ ਹੈ। ਐਸੇ ਤਰ੍ਹਾਂ ਭਾਈ ਦੁਨੀਆ ਦੇ ਕਰਮ ਕਰਨ ਵਾਲੇ ਤੇ ਬੜੇ ਨੇ, ਪਰ ਉਹਨਾਂ ਦੇ ਵਿੱਚੋਂ ਨਾਮ ਜਪਣ ਵਾਲਾ ਕੋਈ ਗੁਰਮੁਖ ਵਿਰਲਾ ਹੀ ਹੈ। ਮਹਾਰਾਜ ਨੇ ਬਚਨ ਆਖਿਆ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰਾਪਤ ਹੋ ਰਿਹਾ ਨਾ 17 ਤਰੀਕ ਨੂੰ। ਤੇ ਪਾਤਸ਼ਾਹ ਜੀ ਵੈਰਾਗਮਈ ਸਲੋਕਾਂ ਵਿੱਚ ਇਹ ਬਚਨ ਕਰਦੇ, ਕਹਿੰਦੇ ਕਰੋੜਾਂ ਵਿੱਚ ਹੀ ਹੈ ਭਾਈ ਕੋਈ ਵਿਰਲਾ, ਭਾਈ ਮਤੀ ਦਾਸ ਵਰਗਾ, ਜਿਹਦੇ ਸੀਸ ਦੇ ਉੱਪਰ ਆਰਾ ਚੱਲਦਾ ਹੋਵੇ ਔਰ ਮੁਖੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਹੁੰਦਾ ਹੋਵੇ। ਕੋਈ ਵਿਰਲਾ ਹੀ ਹੈ ਭਾਈ ਨਾਮ ਜਪਣ ਵਾਲਾ। ਮਹਾਰਾਜ ਕਹਿਣ ਲੱਗੇ, ਭਾਈ ਸਾਚ ਵਖਰ ਕੇ ਵਪਾਰੀ ਵਿਰਲੇ। ਵਿਰਲੇ ਨੇ ਨਾਮ ਦੇ ਵਪਾਰੀ, ਬਹੁਤ ਥੋੜੇ ਹਨ। ਲੈ ਲਾਹਾ ਸੌਦਾ ਕੀਨਾ ਪਰ ਉਹਨਾਂ ਹੈ। ਨੇ ਨਾਮ ਦਾ ਸੌਦਾ ਕਰਕੇ ਆਤਮਿਕ ਲਾਭ ਪ੍ਰਾਪਤ ਕਰ ਲਿਆ ਹੈ। ਐਸੇ ਗੁਰਮੁਖ ਨੇ ਜਿਨ੍ਹਾਂ ਨੇ ਐਸੀ ਕਮਾਈ ਨੂੰ ਕਰਿਆ ਹੈ। ਹਰ ਹਰ ਨਾਮ ਵਖਰ ਲੈ ਚੱਲੋ। ਇਸ ਕਰਕੇ ਭਾਈ ਨਾਮ ਰੂਪੀ ਸੌਦਾ ਲੈ ਕੇ ਚੱਲੋ। ਨਾਮ ਦਾ ਸੌਦਾ ਨਾਲ ਲੈ ਕੇ ਚੱਲੋਗੇ ਨਾ, ਘਰੋਂ ਬਾਹਰ ਚੱਲੀਏ ਤੇ ਅਸੀਂ ਲੈ ਕੇ ਚੱਲਦੇ ਨਾ ਕੁਝ ਸਾਜੋ ਸਮਾਨ ਨਾਲ, ਆਪਣੀ ਗੱਡੀ ਵਿੱਚ ਪਹਿਲਾਂ ਹੀ ਰੱਖਿਆ ਜਾਂਦਾ। ਦੁਨੀਆ ਤੋਂ ਚੱਲਣ ਵਾਸਤੇ ਇੱਕੋ ਹੀ ਸੌਦਾ ਨਾਮ ਦਾ ਹੈ। ਨਾਮ ਦਾ ਸੌਦਾ ਇਕੱਠਾ ਕਰੋ ਭਾਈ, ਇਹ ਨਾਲ ਲੈ ਕੇ ਚੱਲਣਾ ਕਰੋ। ਦਰਸ਼ਨ ਪਾਵੋ ਸਹਿਜ ਮਹਿਲੋ। ਤੇ ਫਿਰ ਉਸ ਵੇਲੇ ਦਰਸ਼ਨ ਪਾਵੋ ਸਹਿਜ ਮਹੱਲੋ। ਮਹਾਰਾਜ ਕਹਿਣ ਲੱਗੇ, ਭਾਈ ਫਿਰ ਉਹ ਜਿਹੜਾ ਮਹੱਲ ਸਰੂਪ ਪਰਮਾਤਮਾ, ਉਹਦੇ ਦਰਸ਼ਨ ਤੁਹਾਨੂੰ ਪ੍ਰਾਪਤ ਹੋ ਜਾਂਦੇ ਹਨ। ਗੁਰਮੁਖ ਖੋਜ ਲਹੈ ਜਨ ਪੂਰੇ। ਜਿਹੜੇ ਪੂਰੇ ਗੁਰਮੁਖ ਜਨ ਪੂਰਿਆਂ ਗੁਰਾਂ ਦੀ ਸ਼ਰਨ ਵਿੱਚ ਆਉਂਦੇ, ਉਹ ਰੱਬ ਨੂੰ ਲੱਭ ਲੈਂਦੇ ਹਨ। ਸੋ ਐਸੀ ਦਾਤ ਪ੍ਰਾਪਤ ਹੋਈ। ਖੋਜ ਤੇ ਵਡਭਾਗੀ RAM ਨਾਮ ਬੋਲ। ਬੋਲ ਬਾਣੀ ਦਾ ਬਚਨ। ਵੱਡਿਆਂ ਭਾਗਾਂ ਵਾਲਿਆ, ਰੱਬ ਨੂੰ ਲੱਭਣ ਵਾਲਿਆ, ਇੱਕੇ ਜਗ੍ਹਾ ਤੇ ਬੈਠ ਕੇ ਆਖਿਆ ਕਰ ਰਾਮ ਰਾਮ ਰਾਮ। ਲੱਭਣ ਦੀ ਲੋੜ ਨਹੀਂ, ਆਪਣੇ ਆਪ ਹੀ ਉਹ ਮਿਲ ਜਾਣਾ ਹੈ। ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਮੁਖ ਖੋਜ ਲਹਿ ਜਨ ਪੂਰੇ। ਜਿਹੜੇ ਪੂਰੇ ਗੁਰਮੁਖ ਹਨ ਭਾਈ, ਉਹ ਗੁਰਾਂ ਦੇ ਕੋਲ ਜਾ ਕੇ ਉਸ ਵੇਲੇ ਰੱਬ ਦੇ ਨਾਮ ਨੂੰ ਜਪ ਕੇ ਉਸ ਨੂੰ ਲੱਭਦੇ ਹਨ। ਇਉ ਸਮਦਰਸੀ ਚੀਨਾ ਇਸ ਹੈ। ਤਰੀਕੇ ਦੇ ਨਾਲ ਉਹਨਾਂ ਗੁਰਮੁਖਾਂ ਨੇ ਦਾਤ ਇਹ ਪ੍ਰਾਪਤ ਕੀਤੀ ਹੈ ਕਿ ਉਹਨਾਂ ਨੇ ਸਮਦਰਸੀ ਪਰਮਾਤਮਾ ਨੂੰ ਜਾਣ ਲਿਆ ਹੈ। ਪਰਮਾਤਮਾ ਨੂੰ ਸਮਦਰਸੀ ਤਾਂ ਕਿਹਾ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ ਹੈ, ਕਿਸੇ ਨੂੰ ਜਾਣ ਬੁੱਝ ਕੇ ਦੁੱਖ ਨਹੀਂ ਦਿੰਦਾ ਹੈ। ਕਦੇ ਕਦੇ ਆਪਾਂ ਕਹਿ ਦਿੰਦੇ ਹਾਂ ਰੱਬ ਦਾ ਪਤਾ ਨਹੀਂ ਮੇਰੇ ਨਾਲ ਕੀ ਵੈਰ ਹੈ, ਮੈਨੂੰ ਹੀ ਦੁੱਖ ਦੇਈ ਜਾਂਦਾ। ਨਹੀਂ, ਰੱਬ ਦਾ ਤੇਰੇ ਨਾਲ ਵੈਰ ਨਹੀਂ ਹੈ, ਤੇਰਾ ਆਪਣੇ ਕੀਤੇ ਕਰਮਾਂ ਦਾ ਵੈਰ ਹੈ ਤੇਰੇ ਨਾਲ। ਉਹ ਤੈਨੂੰ ਫਲ ਦਿੰਦਾ ਪਿਆ ਹੈ ਦੁੱਖ ਤੇ ਸੁੱਖ ਦਾ। ਉਹ ਹੈ ਪਰਮਾਤਮਾ ਸਮਦਰਸੀ ਹੈ, ਬਰਾਬਰ ਸਾਰਿਆਂ ਨੂੰ ਰੱਖਣ ਵਾਲਾ, ਬਰਾਬਰ ਹੀ ਵੇਖਣ ਵਾਲਾ, ਜਾਣ ਬੁੱਝ ਕੇ ਨਹੀਂ ਦੁੱਖ ਦਿੰਦਾ। ਇਹ ਦੁੱਖ ਸਾਨੂੰ ਕਰਮਾਂ ਦਾ ਪ੍ਰਾਪਤ ਹੋਇਆ ਹੈ। ਪ੍ਰਭ ਬੇਅੰਤ ਗੁਰਮਤਿ ਕੋ ਪਾਵਾ। ਕੋਈ ਵਿਰਲਾ ਗੁਰਮਤੀਆ ਹੈ ਜਿਹੜਾ ਬੇਅੰਤ ਪ੍ਰਮਾਤਮਾ ਨੂੰ ਪਾਉਂਦਾ ਹੈ। ਨਹੀਂ ਤੇ ਕਿਤੇ ਨਾ ਕਿਤੇ ਮਾਇਆ ਜਿਹੜੀ ਹੈ ਨਾ ਸੰਸਾਰ ਦੇ ਲੋਕਾਂ ਨੂੰ ਭਰਮਾ ਲੈਂਦੀ ਹੈ। ਗੁਰ ਕੇ ਸ਼ਬਦ ਮਨ ਕਉ ਸਮਝਾਵਾ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਭਾਈ ਜਪਿਆ ਹੈ ਨਾ, ਉਹ ਗੁਰਮੁਖ ਫਿਰ ਆਪਣੇ ਮਨ ਨੂੰ ਸਮਝਾਉਂਦੇ।
ਮਨ ਨੂੰ ਸਮਝਾਉਣਾ ਹੀ ਗੁਰੂ ਦੀ ਮੱਤ ਲੈਣਾ। ਦੁਨੀਆ ਨੂੰ ਤੇ ਆਪਾਂ ਬਥੇਰਾ ਸਮਝਾਉਂਦੇ ਆ, ਫਲਾਣਿਆ ਇਸ ਤਰ੍ਹਾਂ ਨਹੀਂ ਬੈਠੀਦਾ, ਇਸ ਤਰ੍ਹਾਂ ਨਹੀਂ ਉੱਠੀਦਾ, ਇਸ ਤਰ੍ਹਾਂ ਨਹੀਂ ਬੋਲੀਦਾ। ਦੂਜੇ ਨੂੰ ਤੇ ਸਾਰੇ ਹੀ ਗਿਆਨ ਵੰਡਦੇ ਨੇ, ਪਰ ਆਪਣੇ ਆਪ ਨੂੰ ਗਿਆਨ ਦੇਣਾ ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਆਪ ਨੂੰ ਸਮਝਾਉਂਦਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਤਾਂ ਹੀ ਬਚਨ ਲਿਖਿਆ ਨਾ, ਆਪਣ ਡੈ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਦੂਜੇ ਦੇ ਔਗਣ ਤੇ ਸਾਰੇ ਹੀ ਵੇਖਦੇ ਵੀ ਇਹਨੂੰ ਬਹਿਣ ਦਾ ਤਰੀਕਾ ਨਹੀਂ, ਬੋਲਣ ਦਾ ਤਰੀਕਾ ਨਹੀਂ, ਗੱਲ ਕਰਨ ਦੀ, ਦੂਜਿਆਂ ਦੇ ਔਗਣ ਤੇ ਵੇਖੇ ਜਾਂਦੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਛੱਡ ਦੂਜਿਆਂ ਵੱਲ, ਆਪਣੀ ਬੁੱਕਲ ਵਿੱਚ ਝਾਤੀ ਮਾਰ ਵੀ ਆਪਾਂ ਕਿੱਥੇ ਖਲੋਤੇ ਹਾਂ। ਤੂੰ ਆਪਣੇ ਆਪ ਨੂੰ ਸੁਧਾਰ ਲਿਆ, ਤੇਰੇ ਵੱਲ ਵੇਖ ਕੇ ਦੁਨੀਆ ਆਪੇ ਹੀ ਸੁਧਰ ਜਾਣੀ ਹੈ। ਤੇਰਾ ਜੀਵਨ ਹੀ ਐਸਾ ਹੋਵੇ। ਬਚਨ ਆਪਾਂ ਪੜ੍ਹਦੇ ਹਾਂ, ਜਿਨ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੇ। ਜਿਹਨੇ ਕਮਾਈ ਕਰਕੇ ਰੱਬ ਨੂੰ ਪਾਲਿਆ ਨਾ, ਉਹਨੂੰ ਫਿਰ ਕਥਾ ਕਹਾਣੀਆਂ ਸੁਣਾਉਣ ਦੀ ਲੋੜ ਨਹੀਂ ਪੈਂਦੀ ਹੈ। ਸਟੇਜਾਂ ਤੇ ਖੜ ਕੇ ਉਹਨੂੰ ਬੋਲਣ ਦੀ, ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ ਹੈ। ਉਹਦਾ ਇੱਕ ਬਚਨ ਹੀ ਕਈਆਂ ਦਾ ਜੀਵਨ ਸਵਾਰ ਦਿੰਦਾ ਹੈ, ਜਿਨ੍ਹਾਂ ਦੀ ਕਮਾਈ ਕੀਤੀ ਹੋਈ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਜਿਹੜੇ ਗੁਰਮੁਖ ਨੇ ਉਹ ਨਾਮ ਜਪ ਕੇ ਪਹਿਲਾਂ ਆਪਣੇ ਮਨ ਨੂੰ ਸਮਝਾਉਂਦੇ ਨੇ, ਫਿਰ ਗੁਣ ਧਾਰਨ ਕਰ ਲੈਂਦੇ, ਫਿਰ ਆਪ ਉਤਰ ਜਾਂਦੇ ਹਨ। ਗੁਰ ਕੀ ਬਾਣੀ ਸਤ ਸਤ ਕਰ ਮਾਨੋ। ਪਰ ਗੁਰਮੁਖੋ, ਗੁਰੂ ਦੀ ਬਾਣੀ ਨਾ ਨਿਸ਼ਚੈ ਕਰਕੇ ਸਤ ਬਚਨ ਕਹਿ ਕੇ ਮੰਨਿਆ ਕਰੋ। ਗੁਰੂ ਦੀ ਬਾਣੀ ਉੱਪਰ ਕਦੇ ਸ਼ੰਕਾ ਨਹੀਂ ਕਰਨਾ ਹੈ। ਭਾਵੇਂ ਕੋਈ ਵਿਅਕਤੀ ਕਿੰਨਾ ਵੀ ਵੱਡਾ ਤੁਹਾਨੂੰ ਗਿਆਨੀ ਮਿਲ ਜਾਵੇ, ਵਿਦਵਾਨ ਮਿਲ ਜਾਵੇ, ਜਿਹੜਾ ਗੁਰੂ ਦੀ ਬਾਣੀ ਤੇ ਸ਼ੰਕਾ ਕਰਦਾ ਹੈ, ਕਦੇ ਸ਼ੰਕੇ ਵਾਲੇ ਬਚਨ ਦੇ ਉੱਪਰ ਨਹੀਂ ਜਾਣਾ ਹੈ। ਜੇ ਗੁਰੂ ਦੀ ਬਾਣੀ ਉੱਪਰ ਸ਼ੰਕਾ ਹੋ ਗਿਆ ਨਾ, ਤੇ ਫਿਰ ਸੰਸਾਰ ਤੋਂ ਮੁਕਤ ਨਹੀਂ ਹੋ ਸਕਾਂਗੇ। ਸ਼ੰਕਾ ਨਹੀਂ ਸਿੱਖ ਦੇ ਮਨ ਵਿੱਚ ਰਹਿਣਾ ਚਾਹੀਦਾ। ਸ਼ੰਕਾ ਸਿੱਖ ਨੂੰ ਜਨਮਾਂ ਵਿੱਚ ਲੈ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਇਆ ਨਾ ਇੱਕ ਸਿੱਖ, ਕੀ ਵੇਖਦਾ, ਵੱਡਾ ਸਾਰਾ ਧਨੁੱਖ ਪਿਆ ਮਹਾਰਾਜ ਦੇ ਸਾਹਮਣੇ। ਉਹਦੇ ਮਨ ਵਿੱਚ ਸ਼ੰਕਾ ਆ ਗਿਆ, ਇਹ ਮਹਾਰਾਜ ਨੇ ਕੇਵਲ ਵਿਖਾਉਣ ਵਾਸਤੇ ਹੀ ਰੱਖਿਆ ਸਾਹਮਣੇ, ਪ੍ਰਦਰਸ਼ਨੀ ਦੇ ਤੌਰ ਤੇ, ਇਹ ਚਲਾ ਥੋੜੀ ਸਕਦੇ ਮਹਾਰਾਜ ਏਡਾ ਵੱਡਾ ਧਨੁੱਖ। ਹੁਣ ਸਤਿਗੁਰੂ ਜਾਣ ਗਏ, ਜੇ ਸਿੱਖ ਦੇ ਮਨ ਵਿੱਚ ਇਹ ਸ਼ੰਕਾ ਰਹਿ ਗਿਆ, ਇਹਨੇ ਮੁਕਤ ਨਹੀਂ ਹੋਣਾ ਹੈ। ਸਾਡੇ ਸਿੱਖ ਬਣਨ ਦਾ ਲਾਭ ਕੀ ਹੋਇਆ? ਜੇ ਇਹਦੇ ਮਨ ਵਿੱਚ ਸ਼ੰਕਾ ਹੀ ਰਹਿ ਗਿਆ, ਇਹ ਮੁਕਤ ਨਹੀਂ ਹੋਵੇਗਾ। ਇਹਦੇ ਮਨ ਦਾ ਸ਼ੰਕਾ ਕੱਢਣਾ ਚਾਹੀਦਾ ਹੈ। ਮਹਾਰਾਜ ਉਸੇ ਸਿੱਖ ਨੂੰ ਹੀ ਕਹਿਣ ਲੱਗੇ, ਕਹਿੰਦੇ ਲਿਆ ਸਾਡਾ ਧਨੁੱਖ ਫੜਾ, ਸਾਡਾ ਮਨ ਕਰਦਾ ਤੀਰ ਚਲਾਈਏ। ਮਹਾਰਾਜ ਨੇ ਖਿੱਚ ਕੇ ਉਹਦੇ ਵਿੱਚੋਂ ਤੀਰ ਚਲਾਇਆ, ਸਿੱਖ ਦੇ ਮਨ ਦਾ ਸ਼ੰਕਾ ਮਿਟਿਆ। ਦੂਜੀ ਵਾਰੀ ਫਿਰ ਚਲਾਇਆ, ਜਦੋਂ 2-4 ਤੀਰ ਚਲਾਏ, ਮਹਾਰਾਜ ਦੀ ਛਾਤੀ ਵਿੱਚ ਟੰਕੇ ਲੱਗੇ ਸਨ, ਡਾਕਟਰ ਦੇ ਵੱਲੋਂ ਜ਼ਖਮ ਸਿਉਂਤਾ ਗਿਆ ਸੀ, ਟੰਕੇ ਟੁੱਟ ਗਏ ਤੇ ਮਹਾਰਾਜ ਸਾਹਿਬ ਜੀ ਦਾ ਜ਼ਖਮ ਫਿਰ ਖੁੱਲ ਗਿਆ। ਪਾਤਸ਼ਾਹ ਆਪ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ, ਪਰ ਗੁਰੂ ਐਸੀ ਕਿਰਪਾ ਕਰਦਾ ਆਪਣੇ ਸਿੱਖ ਦੇ ਉੱਪਰ। ਅਸੀਂ ਸੱਚਖੰਡ ਚਲੇ ਜਾਈਏ ਕੋਈ ਗੱਲ ਨਹੀਂ ਹੈ, ਪਰ ਮੇਰੇ ਸਿੱਖ ਦੇ ਮਨ ਵਿੱਚ ਸ਼ੰਕਾ ਨਹੀਂ ਰਹਿਣਾ ਚਾਹੀਦਾ। ਐਸਾ ਗੁਰੂ ਕਿਤੋਂ ਮਿਲੇਗਾ? ਨਹੀਂ ਮਿਲਣਾ ਹੈ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ। ਗੁਰੂ ਨੇ ਸੋਚਿਆ ਦੁਨੀਆ ਤੋਂ ਤੇ ਜਾਣਾ ਹੀ ਹੈ, ਪਰ ਸਿੱਖ ਦੇ ਮਨ ਵਿੱਚ ਸ਼ੰਕਾ ਨਹੀਂ ਰਹਿਣਾ ਚਾਹੀਦਾ ਹੈ। ਐਸੇ ਪਰਉਪਕਾਰ ਕੀਤੇ ਦਸਵੇਂ ਪਾਤਸ਼ਾਹ। ਮਹਾਰਾਜ ਕਹਿਣ ਲੱਗੇ ਗੁਰੂ ਕਿਉਂ ਸਿੱਖੋ, ਗੁਰੂ ਦੀ ਬਾਣੀ ਨੂੰ ਸਤ ਕਰਕੇ ਨਿਸ਼ਚਾ ਕਰਕੇ ਭਰੋਸੇ ਕਰਕੇ ਇਹ ਤੇ ਵਿਸ਼ਵਾਸ ਕਰਨਾ ਹੈ। ਕਦੇ ਇੱਕ ਅੱਖਰ ਦੇ ਉੱਪਰ ਵੀ ਸ਼ੰਕਾ ਨਹੀਂ ਕਰਨਾ ਹੈ ਵੀ ਇਹ ਬਾਣੀ ਵਿੱਚ ਇਹ ਲਿਖਿਆ ਤੇ ਹੋ ਨਹੀਂ ਸਕਦਾ ਹੈ। ਗੁਰੂ ਸਮਰੱਥ ਹੈ, ਵੱਡਿਆਂ ਦੀ ਦਾਤ ਵੱਡੀ ਹੈ। ਜਿਨ੍ਹਾਂ ਨੇ ਸ਼ੰਕਾ ਕੀਤਾ ਉਹ ਗੁਰੂ ਤੋਂ ਬੇਮੁਖ ਹੀ ਹੋਏ। ਬਾਬਾ ਰਾਮ ਰਾਏ ਨੇ ਸ਼ੰਕਾ ਹੀ ਕੀਤਾ ਨਾ, ਜਦੋਂ ਔਰੰਗਜ਼ੇਬ ਦੀ ਸਭਾ ਵਿੱਚ ਆਖਿਆ ਵੀ ਮਿੱਟੀ ਮੁਸਲਮਾਨ ਕੀ ਹੈ, ਉਹਦੇ ਮਨ ਵਿੱਚ ਵੀ ਆ ਗਿਆ ਵੀ ਇਹ ਬਚਨ ਗਲਤੀ ਹੈ। ਕਹਿਣ ਲੱਗਾ ਜੀ ਨਹੀਂ, ਬੇਈਮਾਨ ਕੀ ਹੈ ਗੁਰੂ ਦਾ ਪੁੱਤਰ। ਸ਼ੰਕਾ ਕਰਨ ਕਰਕੇ ਗੁਰੂ ਦੇ ਵੱਲੋਂ ਦੂਰ ਕਰ ਦਿੱਤਾ ਗਿਆ, ਮਾਫੀ ਨਹੀਂ ਮਿਲੀ ਹੈ। ਬਾਅਦ ਵਿੱਚ ਦਸਵੇਂ ਪਾਤਸ਼ਾਹ ਦੇ ਕੋਲ ਆ ਕੇ ਮਾਫੀ ਮੰਗਦਾ, ਸਤਿਗੁਰੂ ਮਾਫ ਕਰ ਦਿਓ, ਪਿਤਾ ਸਤਿਗੁਰੂ ਨੇ ਮੈਨੂੰ ਆਪਣੇ ਤੋਂ ਦੂਰ ਕੀਤਾ ਸੀ, ਤੁਸੀਂ ਉਹਨਾਂ ਦੀ ਗੁਰਤਾ ਗੱਦੀ ਤੇ ਬੈਠੇ ਹੋ, ਮੇਰੇ ਤੇ ਕਿਰਪਾ ਕਰੋ। ਸੋ ਮਹਾਰਾਜ ਕਹਿਣ ਲੱਗੇ ਭਾਈ ਗੁਰੂ ਦੀ ਬਾਣੀ ਤੇ ਕਦੇ ਵੀ ਸਿੱਖ ਨੇ ਸ਼ੰਕਾ ਨਹੀਂ ਕਰਨਾ ਹੈ। ਇਉ ਆਤਮ ਰਾਮੇ ਲੀਨਾ ਹੈ। ਜਿਹੜਾ ਸ਼ੰਕਾ ਕਰੇਗਾ ਉਹ ਆਤਮਿਕ ਰਸ ਨਹੀਂ ਪ੍ਰਾਪਤ ਕਰੇਗਾ। ਜਿਹੜਾ ਸ਼ੰਕਾ ਨਹੀਂ ਕਰੇਗਾ ਉਹ ਗੁਰਮੁਖ ਫਿਰ ਆਤਮਿਕ ਰਸ ਨੂੰ ਪ੍ਰਾਪਤ ਕਰਦੇ ਹਨ। ਨਾਰਦ ਸਾਰਦ ਸੇਵਕ ਤੇਰੇ। ਦੁਨੀਆਂ ਦੇ ਲੋਕ ਆਖਦੇ ਨਾਰਦ ਬੜਾ ਵੱਡਾ, ਕੋਈ ਆਖਦਾ ਸਾਰਦ। ਸਾਰਦ ਇੱਕ ਦੇਵੀ ਦਾ ਨਾਮ ਹੈ ਜਿਸ ਨੂੰ ਸ੍ਰਸ਼ਟੀ ਦੇਵੀ ਕਿਹਾ ਜਾਂਦਾ ਹੈ। ਦੁਨੀਆਂ ਦੇ ਲੋਕ ਆਖਦੇ ਵੀ ਦੇਵੀ ਬੜੀ ਵੱਡੀ ਹੈ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਤੇਰੇ ਦਰ ਤੇ ਪਤਾ ਨਹੀਂ ਕਿੰਨੇ ਕੁ ਨਾਰਦ ਖਲੋਤੇ ਹੱਥ ਜੋੜ ਕੇ ਮੰਗਤੇ ਬਣ ਕੇ। ਐ ਅਕਾਲ ਪੁਰਖ ਤੇਰੇ ਦਰ ਤੇ ਪਤਾ ਨਹੀਂ ਕਿੰਨੀਆਂ ਕੁ ਸ੍ਰਸ਼ਟੀ ਦੇਵੀਆਂ ਖਲੋਤੀਆਂ ਹੋਈਆਂ।
ਹੱਥ ਜੋੜ ਕੇ ਤੇਰੇ ਅੱਗੇ ਮਿੰਨਤਾਂ ਕਰਦੇ ਪਏ, ਤਰਲੇ ਕਰਦੇ ਪਏ। ਮਹਾਰਾਜ ਦਾ ਬਚਨ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਆ ਨਾ, ਮਹਾਰਾਜ ਕਹਿਣ ਲੱਗੇ ਕੇਤੇ ਬਰਮੈ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਕੇਤੇ ਇੰਦ ਚੰਦ ਸੂਰ ਕੇਤੇ। ਕੇਤੇ ਤੋਂ ਭਾਵ ਹੈ ਗੁਰਮੁਖੋ ਕਿੰਨੇ ਕੁ, ਜਿਨ੍ਹਾਂ ਦੀ ਗਿਣਤੀ ਨਾ ਹੋਵੇ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਅਕਾਲ ਪੁਰਖ ਪਤਾ ਨਹੀਂ ਕਿੰਨੇ ਕੁ ਸੂਰਜ ਤੁਰੇ ਫਿਰਦੇ, ਕਿੰਨੇ ਕੁ ਚੰਦਰਮਾ, ਕਿੰਨੇ ਕੁ ਭਗਤ ਧਰੂ ਤੁਰੇ ਫਿਰਦੇ ਨੇ, ਕਿੰਨੇ ਕੁ ਇਹ ਦੁਨੀਆ ਦੇ ਅਵਤਾਰ। ਕੇਤੀਆ ਕਰਮ ਭੂਮੀ ਮੇਰ ਕੇਤੇ, ਮੇਰ ਜਿਹਨੂੰ ਸਮੇਰ ਪਰਬਤ ਕਿਹਾ ਹੈ, ਪਤਾ ਨਹੀਂ ਉਹ ਕਿੰਨੇ ਕੁ। ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਇੰਦ ਨਾਮ ਇੰਦਰ ਦਾ, ਪਤਾ ਨਹੀਂ ਕਿੰਨੇ ਕੁ ਇੰਦਰ ਪੈਦਾ ਕਰੀ ਬੈਠਾ, ਕਿੰਨੇ ਕੁ ਚੰਦਰਮਾ, ਕਿੰਨੇ ਕੁ ਸੂਰਜ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕਿੰਨੇ ਕੁ ਮੰਡਲ ਬਣੇ ਨੇ, ਕਿੰਨੇ ਕੁ ਬ੍ਰਹਮੰਡ ਬਣੇ, ਕੋਈ ਗਿਣਤੀ ਮਿਣਤੀ ਨਹੀਂ ਹੈ। ਕੇਤੇ ਮੰਡਲ ਦੇਸ਼ ਤੇ ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਇਹ ਦੇਵੀਆਂ ਕਿੰਨੀਆਂ ਕੁ ਤੁਰੀਆਂ ਫਿਰਦੀਆਂ, ਕੋਈ ਅੰਤ ਹੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਇੰਦਰ ਮੁਨ ਕੇਤੇ, ਕਿੰਨੇ ਕੁ ਦੇਵਤੇ ਨੇ, ਕਿੰਨੇ ਕੁ ਦੇਵਤੇ ਨੇ, ਕਿੰਨੇ ਕੁ ਦੈਂਤ ਨੇ, ਕਿੰਨੇ ਕੁ ਰਿਸ਼ੀ ਮੁਨੀ। ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ ਨਾਮ ਰਾਜਿਆਂ ਦਾ। ਰਾਜਿਆਂ ਦੀਆਂ ਕਿੰਨੀਆਂ ਕੁ ਲੈਣਾ ਲੱਗੀਆਂ ਤੇਰੇ ਦਰ ਦੇ ਉੱਪਰ, ਗਿਣਤੀ ਮਿੰਤੀ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਦੀ ਸ੍ਰਿਸ਼ਟੀ ਬੜੀ ਬੇਅੰਤ ਹੈ। ਨਾਰਦ ਸਾਰਦ ਸੇਵਕ ਤੇਰੇ, ਦੁਨੀਆ ਦੇ ਲੋਕ ਤੇ ਇੱਕੇ ਨਾਰਦ ਦੀ ਪੂਜਾ ਕਰੀ ਜਾਂਦੇ, ਇੱਕੇ ਸਰਸਤੀ ਦੀ ਪੂਜਾ ਕਰੀ ਜਾਂਦੇ। ਅਕਾਲ ਪੁਰਖ ਤੂੰ ਇੰਨਾ ਵੱਡਾ ਹੈ, ਉੱਥੇ ਤੇ ਪਤਾ ਹੀ ਨਹੀਂ ਵੀ ਕਿੰਨੇ ਕੁ ਨਾਰਦ, ਕਿੰਨੇ ਕੁ ਇਹ ਦੇਵੀਆਂ ਦੇਵਤੇ ਸੂਰ ਚੰਦਰਮਾ ਤੇਰੇ ਦਰ ਤੇ ਸਭ ਮੰਗਤੇ ਬਣ ਕੇ ਖਲੋਤੇ ਹੋਏ, ਸਭ ਤੇਰੇ ਕੋਲੋਂ ਗਾਵਣ ਤੁਧਨੋਂ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਇਹ ਸਾਰੇ ਤੇਰੇ ਦਰ ਦੇ ਉੱਪਰ ਤੇਰੀ ਸਿਫਤ ਕਰਨ ਵਾਸਤੇ ਤੇਰੇ ਮੰਗਤੇ ਬਣ ਕੇ ਖਲੋਤੇ ਹੋਏ ਹਨ। ਤੇਰੇ ਭਵਨ ਸੇਵਕ ਵੱਡੋ ਵਡੇਰੇ, ਜਿਹੜੇ ਤਿੰਨਾਂ ਭਵਨਾਂ ਵਿੱਚ ਆਪਣੇ ਆਪ ਨੂੰ ਕਹਿੰਦੇ ਵੱਡੇ। ਵੱਡਾ ਕੌਣ ਕਹਿੰਦਾ? ਪਸ਼ੂ ਪੰਛੀਆਂ ਤੋਂ ਵੱਡਾ ਕਹਿੰਦਾ ਆਪਣੇ ਆਪ ਨੂੰ ਮਨੁੱਖ। ਮਨੁੱਖ ਵੀ ਤੇਰੇ ਅੱਗੇ ਮੰਗਤਾ ਹੈ। ਮਨੁੱਖਾਂ ਤੋਂ ਵੱਡਾ ਕੌਣ ਹੈ? ਕਹਿੰਦੇ ਜੀ ਰਾਜਾ। ਰਾਜਾ ਵੀ ਤੇਰੇ ਅੱਗੇ ਮੰਗਤਾ ਹੈ। ਰਾਜੇ ਤੋਂ ਵੱਡਾ ਕੌਣ ਹੈ? ਕਹਿੰਦੇ ਜੀ ਦੇਵੀਆਂ ਦੇਵਤੇ ਇੰਦਰ ਵਰਗੇ, ਉਹ ਵੀ ਤੇਰੇ ਦਰ ਤੇ ਮੰਗਤਾ ਹੈ। ਇੰਦਰ ਤੋਂ ਵੱਡਾ ਕੌਣ ਹੈ? ਬ੍ਰਹਮਾ। ਬ੍ਰਹਮੇ ਤੋਂ ਵੱਡਾ ਕੌਣ ਹੈ? ਸ਼ਿਵ ਜੀ। ਸ਼ਿਵ ਜੀ ਤੋਂ ਵੱਡਾ ਕੌਣ ਹੈ? ਵਿਸ਼ਨੂੰ। ਇਹ ਜਿਹੜੇ ਸਾਰੇ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਖਵਾਉਂਦੇ ਨਾ, ਮਹਾਰਾਜ ਕਹਿਣ ਲੱਗੇ ਸਾਰੇ ਤੇਰੇ ਸੇਵਕ ਹੀ ਨੇ। ਤੇਰੇ ਦਰ ਦੇ ਅੰਦਰ ਤੇ ਕੀੜੇ ਹੀ ਨੇ ਜਿਹੜੇ ਦੁਨੀਆ ਤੇ ਆਪਣੇ ਆਪ ਨੂੰ ਵੱਡਾ ਵੱਡਾ ਖਵਾਉਂਦੇ। ਐਸਾ ਵੱਡਾ ਤੂੰ ਸਮਰੱਥ ਹੈ। ਸਭ ਤੇਰੀ ਕੁਦਰਤ, ਤੂੰ ਸਿਰ ਸਿਰ ਦਾਤਾ। ਮਹਾਰਾਜ ਕੁਦਰਤ ਤੇਰੀ ਹੈ, ਸ਼ਕਤੀ ਤੇਰੀ ਹੈ, ਸਿਰ ਬਸਿਰ ਸਾਰਿਆਂ ਦਾ ਦਾਤਾ। ਸਾਨੂੰ ਕਿਸੇ ਦੇ ਉੱਤੇ ਨਿਰਭਰ ਨਹੀਂ ਕੀਤਾ ਪ੍ਰਮਾਤਮਾ ਨੇ, ਸਿਰ ਬਸਿਰ ਦਾਤ ਦੇ ਕੇ ਉਸਨੇ ਤੋਰਿਆ ਹੈ। ਤੇਰਾ ਰਿਜ਼ਕ ਤੇਰੇ ਕਰਮਾਂ ਵਿੱਚ ਲਿਖਿਆ, ਤੈਨੂੰ ਦੂਜਾ ਕੋਈ ਦੇ ਹੀ ਨਹੀਂ ਸਕਦਾ ਹੈ। ਸਿਰ ਬਸਿਰ ਉਸਨੇ ਜ਼ਿੰਮੇਵਾਰ ਬਣਾ ਕੇ ਭੇਜਿਆ, ਤੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਬੰਦਿਆ। ਮੈਂ ਤੇਰੇ ਖਜ਼ਾਨੇ ਵਿੱਚ ਖੁਦ ਸਭ ਕੁਝ ਪਾ ਕੇ ਤੈਨੂੰ ਤੋਰਦਾ ਪਿਆ। ਐਸਾ ਉਹ ਸਮਰੱਥ ਹੈ। ਸਭ ਤੇਰੋ ਕਾਰਨ ਕੀਨਾ ਹੈ। ਸਾਰਾ ਹੀ ਤੇਰਾ ਕਾਰਨ ਜਿਹੜਾ ਸੰਸਾਰ ਜਗਤ ਪੈਦਾ ਕੀਤਾ ਹੋਇਆ ਹੈ। ਇੱਕ ਦਰ ਸੇਵੈ ਦਰਦ ਵੰਜਾਏ। ਜਿਹੜੇ ਤੇਰੀ ਸੇਵਾ ਕਰਦੇ ਹੋ ਆਪਣਾ ਦਰਦ ਦੁੱਖ ਦੂਰ ਕਰ ਲੈਂਦੇ। ਨਾਮ ਜਪਣ ਵਾਲਿਆਂ ਦੇ ਦਰਦ ਤੇ ਦੁੱਖ ਆਪ ਦੂਰ ਕਰ ਦਿੰਦੇ ਹੋ। ਓਏ ਦਰਗ ਪੈਂਦੇ ਸਤਿਗੁਰੂ ਛਡਾਏ। ਉਹ ਦਰਗਾਹ ਦੇ ਵਿੱਚ ਜਸ ਰੂਪੀ ਪੁਸ਼ਾਕ ਪਾ ਕੇ ਜਾਂਦੇ, ਸਤਿਗੁਰੂ ਜਮਾਂ ਤੋਂ ਛਡਾ ਲੈਂਦੇ ਹਨ। ਹਉਮੈ ਬੰਧਨ ਸਤਿਗੁਰ ਤੋੜਾ। ਸਤਿਗੁਰੂ ਜੀ ਹਉਮੈ ਦੇ ਸਾਰੇ ਬੰਧਨ ਤੋੜ ਦਿੰਦੇ, ਐਸੇ ਸਮਰੱਥ ਹਨ। ਚਿੱਤ ਚੰਚਲ ਚੱਲਣ ਨ ਦੀਨਾ ਹੈ। ਮਹਾਰਾਜ ਆਪਣੇ ਸਿੱਖ ਦੇ ਚਿੱਤ ਨੂੰ ਚੰਚਲ ਨਹੀਂ ਹੋਣ ਦਿੰਦੇ। ਜੇ ਚੰਚਲ ਚਿੱਤ ਹੋ ਵੀ ਜਾਵੇ ਮਹਾਰਾਜ ਤਾਂ ਵੀ ਰੋਕ ਲੈਂਦੇ। ਹੁਣ ਭਾਈ ਜੋਗਾ ਜੀ ਦਾ ਚਿੱਤ ਚੰਚਲ ਹੋ ਹੀ ਗਿਆ ਸੀ ਨਾ ਹੁਸ਼ਿਆਰਪੁਰ ਆ ਕੇ, ਮਹਾਰਾਜ ਨੇ ਡੰਡਾ ਫੜ ਕੇ ਅੱਗੇ ਖੜ ਗਿਆ ਵੀ ਨਹੀਂ, ਸਿੱਖ ਦਾ ਮਨ ਇੱਧਰ ਨਹੀਂ ਜਾਣ ਦੇਣਾ। ਜੇ ਕਿਤੇ ਮਨ ਚੰਚਲ ਵੀ ਹੋਵੇ ਸਤਿਗੁਰੂ ਉਹਨੂੰ ਵੀ ਰੋਕ ਦਿੰਦੇ। ਐਸੀ ਸਮਰੱਥਾ ਹੈ ਗੁਰੂ ਦੇ ਵਿੱਚ। ਗੁਰੂ ਕਿਹਾ ਸਿੱਖਾ ਚੱਲ ਤੇ ਸਹੀ ਨਾ ਗੁਰੂ ਵਾਲੇ ਪਾਸੇ ਇੱਕ ਕਦਮ ਤੂੰ ਚੱਲੇਗਾ, ਗੁਰੂ ਤੇਰੇ ਮਨ ਨੂੰ ਵੀ ਨਹੀਂ ਕਿਤੇ ਜਾਣ ਦੇਵੇਗਾ।
ਐਸੀ ਰੋਕ ਲਾ ਦੇਣਗੇ। ਐਸੇ ਸਤਿਗੁਰੂ ਸਮਰੱਥ ਹਨ। ਸਤਿਗੁਰ ਮਿਲੋ ਚੀਨੋ ਵਿਦ ਸਾਈ। ਜਿਹੜੇ ਗੁਰੂ ਨੂੰ ਮਿਲ ਜਾਂਦੇ ਨੇ ਭਾਈ, ਉਹ ਵਿਧੀ ਜਾਣਦੇ ਨੇ। ਗੁਰੂ ਨੂੰ ਮਿਲਿਆ ਵਿਧੀ ਪਤਾ ਲੱਗਦੀ ਹੈ ਵੀ ਕਿਵੇਂ ਪ੍ਰਮਾਤਮਾ ਨੂੰ ਮਿਲੀਦਾ ਹੈ। ਜਿਤ ਪ੍ਰਪਾਵੋ ਗਣਤ ਨਾ ਕਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸੀ ਵਿਧੀ ਮਿਲੇਗੀ ਗੁਰੂ ਦੇ ਕੋਲੋਂ, ਪਰਮਾਤਮਾ ਮਿਲ ਜਾਵੇਗਾ, ਕਰਮਾਂ ਦੀ ਗਿਣਤੀ ਕੋਈ ਨਹੀਂ ਰਵੇਗੀ। ਇਹ ਜਿਹੜੇ ਅਸੀਂ ਕਰਮ ਗਿਣਦੇ ਪਏ ਨਾ, ਅੱਜ ਮੈਂ ਆਹ ਕੀਤਾ, ਕੱਲ ਮੈਂ ਉਹ ਕੀਤਾ, ਇੰਨੇ ਪਾਪ ਇੰਨੇ ਪੁੰਨ, ਗਿਣਤੀਆਂ ਮਿੰਤੀਆਂ ਵਿੱਚ ਪੈਣ ਦੀ ਲੋੜ ਹੀ ਨਹੀਂ ਪੈਣੀ। ਜਿਹੜਾ ਪੂਰੇ ਗੁਰੂ ਨੂੰ ਮਿਲ ਗਿਆ, ਸਭ ਗਿਣਤੀਆਂ ਮਿੰਤੀਆਂ ਪਰੇ ਹੋ ਜਾਂਦੀਆਂ। ਅਕਾਲ ਪੁਰਖ ਨੂੰ ਮਿਲਦਿਆਂ ਨਾਲ ਹੀ ਸਾਰੇ ਪਾਪ ਤੇ ਪੁੰਨ ਕਰਮ ਜਿਹੜੇ ਪਰੇ ਹੋ ਜਾਂਦੇ, ਖਤਮ ਹੋ ਜਾਂਦੇ, ਇਹਨਾਂ ਦੀ ਪਹੁੰਚ ਹੀ ਨਹੀਂ ਰਹਿ ਜਾਂਦੀ ਹੈ। ਐਸੀ ਸਮਰੱਥਾ ਦਿੰਦੇ ਹਨ। ਹਉਮੈ ਮਾਰ ਕਰੋ ਗੁਰ ਸੇਵਾ। ਗੁਰੂ ਦੀ ਸੇਵਾ ਕਰਦਿਆਂ ਕਦੇ ਹਉਮੈ ਨਹੀਂ ਕਰਨੀ ਹੈ। ਅਸੀਂ ਕਰ ਲੈਂਦੇ ਹਾਂ, ਮੈਂ ਆਹ ਕੰਮ ਕੀਤਾ, ਮੇਰੇ ਬਿਨਾ ਇਹ ਹੋ ਨਹੀਂ ਸੀ ਸਕਦਾ। ਸੇਵਾ ਵੀ ਕਰਦਾ ਪਿਆ, ਨਾਲ ਹਉਮੈ ਵੀ, ਹੰਕਾਰ ਵੀ ਨਾਲ ਹੀ ਹੈ। ਜੇ ਮੈਂ ਨਾ ਆਹ ਕੰਮ ਕਹਿੰਦਾ ਤੇ ਹੋਣਾ ਨਹੀਂ ਸੀ ਮੇਰੇ ਬਿਨਾ। ਮੈਂ ਬੜਾ ਵਧੀਆ ਪ੍ਰਬੰਧ ਕਰ ਸਕਦਾ, ਮੈਂ ਬੜਾ ਵਧੀਆ ਕੰਮ ਚਲਾ ਸਕਦਾ। ਮਹਾਰਾਜ ਕਹਿਣ ਲੱਗੇ ਹਉਮੈ ਮਾਰ। ਹਉਮੈ ਨੂੰ ਮਾਰ ਜੇ ਸੇਵਾ ਕਰਨੀ ਚਾਹੁੰਦਾ। ਜੇ ਸੇਵਾ ਹੀ ਹਉਮੈ ਨਾਲ ਕੀਤੀ, ਵਿਖਾਵੇ ਨਾਲ, ਫਿਰ ਸੇਵਾ ਦਾ ਲਾਭ ਕੀ ਹੋਵੇਗਾ? ਲਾਭ ਨਹੀਂ ਹੋਵੇਗਾ। ਹਉਮੈ ਨੂੰ ਮਾਰ ਕੇ, ਮੇਟ ਕੇ ਤਾਂ ਗੁਰੂ ਦੀ ਸੇਵਾ ਕਰ। ਸੇਵਾ ਕਰਦਿਆਂ ਕਦੇ ਹਉਮੈ ਨਾ ਲੈ ਕੇ ਆਈ ਵੀ ਮੈਂ ਹੀ ਹਾਂ ਜੋ ਕੁਝ ਕਰਨ ਵਾਲਾ। ਇਹ ਤੇ ਗੁਰੂ ਨਾਨਕ ਦੇ ਦਰ ਦਾ ਇਹੋ ਜਿਹਾ ਥੜਾ, ਇੱਥੇ ਤੇ ਇੱਕ ਆ ਗਿਆ ਤੇ ਦੂਜਾ ਆ ਕੇ ਇੱਥੇ ਬੈਠਾ ਹੈ। ਉਹਨੇ ਆਪਣੀ ਸੇਵਾ ਆਪੇ ਹੀ ਕਰਵਾ ਲੈਣੀ ਹੈ। ਐਸੀ ਸਮਰੱਥਾ ਉਹਦੇ ਵਿੱਚ ਹੈ। ਮਹਾਰਾਜ ਕਹਿੰਦੇ ਹਉਮੈ ਮਾਰ ਕੇ ਸੇਵਾ ਕਰਿਆ ਕਰ। ਜਨ ਨਾਨਕ ਹਰ ਰੰਗ ਭੀਨਾ ਜਿਨ੍ਹਾਂ ਨੇ ਹੈ। ਹਉਮੈ ਮਾਰੀ ਹੈ, ਉਹਨਾਂ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਭਿੱਜ ਗਿਆ। ਐਸੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋਈਆਂ। ਗੁਰਮੁਖੋ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਨੂੰ 17 ਦਸੰਬਰ ਨੂੰ ਪ੍ਰਾਪਤ ਹੋ ਰਿਹਾ ਹੈ। ਆਪਣੇ ਇਸ ਸਥਾਨ ਤੇ ਆਪਾਂ ਇਸ ਦਿਹਾੜੇ ਨੂੰ ਮਨਾ ਰਹੇ ਹਾਂ। ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੋਣਗੇ ਅਤੇ ਦੀਵਾਨ ਵੀ ਸਜਣਗੇ। ਆਪ ਸੰਗਤਾਂ ਵਾਸਤੇ ਲੰਗਰ ਪਕਵਾਨ ਭੋਜਨ ਵੀ ਤਿਆਰ ਹੋਣਗੇ। ਵਿਸ਼ੇਸ਼ ਕਰਕੇ ਜੋ ਸੰਗਤ ਦੇ ਵਿੱਚ ਨਾਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਜੋ ਬਾਣੀ ਹੈ, ਨਾਵੇਂ ਮਹੱਲੇ ਦੇ ਸ਼ਲੋਕ, ਉਹਨਾਂ ਦੀ ਕਥਾ ਵਿਚਾਰ ਜਿਹੜੀ ਹੈ ਰਾਤ ਦੇ ਦੀਵਾਨਾਂ ਵਿੱਚ ਆਪਾਂ ਅਗਲੇ ਕੁਝ ਦਿਨਾਂ ਤੱਕ ਸ਼ੁਰੂ ਕਰ ਲਵਾਂਗੇ, ਤਾਂ ਕਿ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਸਾਨੂੰ ਪਤਾ ਲੱਗੇ ਵੀ ਵਿਰਾਗਮਈ ਸ਼ਲੋਕਾਂ ਵਿੱਚ ਮਹਾਰਾਜ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਬਚਨ ਲਿਖਿਆ ਹੈ। ਕਹਿਣ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨਾ ਭਗਤ ਸੋਈ, ਸਾਰੋ ਜੋ ਨੂੰ ਸੁਣਿਓ ਜਾਏ ਤੋ ਆਏ ਸੁਣੇ ਭੋਗ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਕਿਸੇ ਸਿੱਖ ਤੋਂ ਸਾਰੀ ਨਹੀਂ ਨਾ ਸੁਣੀ ਗਈ, ਪਾਠ ਸਾਰਾ ਨਹੀਂ ਨਾ ਸੁਣਿਆ ਗਿਆ, ਤੇ ਉਹ ਵਿਦਵਾਨ ਕਹਿੰਦਾ ਵੀ ਭਾਵਨਾ ਦੇ ਨਾਲ ਆ ਕੇ ਨਾਵੇਂ ਮਹੱਲੇ ਦੇ ਸ਼ਲੋਕ ਸੁਣ ਲਵੇਂਗਾ। ਨਾਵੇਂ ਮਹੱਲੇ ਦੇ ਸ਼ਲੋਕ ਸੁਣ ਕੇ ਤੈਨੂੰ ਸਾਰੀ ਗੁਰਬਾਣੀ ਦਾ ਜਿਹੜਾ ਮਹਾਤਮ ਫਲ ਹੈ ਉਹ ਪ੍ਰਾਪਤ ਹੋ ਜਾਏਗਾ। ਐਸੀ ਇਹ ਬਾਣੀ ਸਤਿਗੁਰਾਂ ਨੇ ਦਿੱਲੀ ਸ਼ਹਿਰ ਦੇ ਵਿੱਚ ਉਚਾਰੀ ਹੈ। ਨਾਵੇਂ ਮਹੱਲੇ ਦੇ ਸ਼ਲੋਕ, ਉਹਨਾਂ ਦੀ ਵਿਚਾਰ ਆਪਾਂ ਗੁਰੂ ਪਾਤਸ਼ਾਹ ਦੇ ਗੁਰਪੁਰਬ ਤੋਂ ਪਹਿਲਾਂ ਸ਼ੁਰੂ ਕਰਾਂਗੇ, ਤਾਂ ਕਿ ਸਤਿਗੁਰਾਂ ਦਾ ਸਿਧਾਂਤ ਉਪਦੇਸ਼ ਸਾਨੂੰ ਪ੍ਰਾਪਤ ਹੋਵੇ। ਉਹ ਆਪ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ, ਮੈਸੇਜ ਕਰ ਦਿੱਤਾ ਜਾਵੇਗਾ। ਆਪ ਸੰਗਤਾਂ ਨੇ ਰਾਤ ਦੇ ਦੀਵਾਨਾਂ ਵਿੱਚ ਆ ਕੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ। ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੇ, ਐਸੀਆਂ ਦਾਤਾਂ ਅਸੀਂ ਲੈ ਕੇ ਜਾਵਾਂਗੇ। ਭੁੱਲਾਂ ਚੁੱਕਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੁੱਧਵਾਰ ਨੂੰ PGI ਵਿਖੇ ਲੰਗਰ ਜਾਂਦਾ ਹੈ। ਅੱਜ ਵੀ ਉਹ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ। ਆਪ ਸੰਗਤਾਂ ਲੰਗਰ ਹਾਲ ਵਿੱਚ ਜਾ ਕੇ ਸੇਵਾ ਕਰੋ। ਆਪਣੇ ਘਰ ਵਿੱਚੋਂ ਬਣਾ ਕੇ ਵੀ ਪ੍ਰਸ਼ਾਦਾ ਪਾਣੀ ਪਹੁੰਚਦਾ ਕਰੋ। 10 ਤਰੀਕ ਨੂੰ ਜਿਹੜੇ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਤੋਂ 6 ਵਜੇ ਰਵਾਨਾ ਹੋ ਰਿਹਾ ਫਤਿਹਗੜ੍ਹ ਸਾਹਿਬ ਜਾਣ ਵਾਸਤੇ। ਜਿਨ੍ਹਾਂ ਸੰਗਤਾਂ ਨੇ ਜਾਣਾ ਹੈ ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰੋ। ਜਿਨ੍ਹਾਂ ਨੇ ਆਪਣੀਆਂ ਗੱਡੀਆਂ ਲੈ ਕੇ ਜਾਣਾ ਉਹ ਵੀ ਭਾਈ ਨਾਮ ਲਿਖਾਓ। ਦਿਓ ਸੱਜਣ ਅਸੀਸੜੀਆਂ, ਸਾਹਿਬ ਸਿਓ ਮੇਲੋ। ਸਤਿਗੁਰ ਮਿਲੋ ਚੀਨੋ ਬਿਦ ਸਾਈ, ਜਿਤ ਪ੍ਰਪਾਵੋ ਗਣਤ ਨਾ ਕਾਈ। ਹਉਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।